ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਜਿਸ ਵਰਕ ਆਏ ਨੇ ਉਹ ਕਥਾ ਸਤ ਸੰਗਤ ਜੀ ਵਿਚਾਰੀਏ। ਮਾਤਾਵਾਂ ਨਹੀਂ ਸੀ ਚਾਹੁੰਦੀਆਂ ਪਟਨੇ ਸਾਹਿਬ ਤੋਂ ਆਉਣਾ, ਪਤਾ ਸੀ ਕਿ ਪੰਜਾਬ ਦੇ ਅੰਦਰ ਸੁੱਖ ਨਹੀਂ ਮਾਣਿਆ ਹੈ। ਮਾਤਾ ਨਾਨਕੀ ਜੀ ਦੀ ਬਹੁਤ ਸਤਸੰਗੀ ਬਿਰਧ ਅਵਸਥਾ ਹੈ। ਇੱਧਰ ਜਿਸ ਪ੍ਰਕਾਰ ਸਤਸੰਗੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਅੰਤਰਜਾਮੀ ਨੇ, ਪਤਾ ਕਿ ਪੰਥ ਖਾਲਸਾ ਰਚਨਾ ਪੰਜਾਬ ਜਾ ਕੇ ਅਨੰਦਪੁਰ ਸਾਹਿਬ ਜਿੱਥੇ ਪਿਤਾ ਜੀ ਨੇ ਵਸਾਇਆ, ਭਵਿੱਖ ਦੇ ਸਮੇਂ ਨੂੰ ਸਾਰਾ ਆਪ ਜੀ ਸਤਸੰਗ ਜੀ ਜਾਣਦੇ ਹਨ। ਮਾਤਾਵਾਂ ਦੋਨੋਂ ਹੀ ਡਰਦੀਆਂ ਨੇ ਕਿ ਨਾ ਜਾਈਏ ਪੰਜਾਬ ਤਾਂ ਠੀਕ ਹੈ, ਪੂਰਬ ਦੇਸ਼ ਵਿੱਚ ਹੀ ਸੁੱਖ ਨਾ ਰਹੀਏ। ਨਾਲ ਹੀ ਸਤਸੰਗਤ ਜੀ ਛੇਵੇਂ ਨੌਵੇਂ ਪਾਤਸ਼ਾਹ ਦਾ ਹੁਕਮ ਵੀ ਮਾਤਾ ਚੇਤੇ ਕਰਦੀ ਆ। ਮਾਤਾ ਗੁਜਰੀ ਕਹਿ ਕੇ ਆਏ ਸੀ ਇਹ ਮਹਾਂਪੁਰਖ ਹਨ, ਅਕਾਲ ਪੁਰਖ ਦੀ ਅੰਸ਼ ਰੂਪ ਵਿੱਚ ਪ੍ਰਗਟ ਹੋ ਕੇ ਆਪਣੇ ਘਰ ਵਿੱਚ ਦਰਸ਼ਨ ਦਿਦਾਰੇ ਦਿੱਤੇ ਨੇ। ਹੇ ਸ੍ਰੇਸ਼ਟ ਮਤ ਵਾਲੀ ਗੁਜਰੀ, ਇਹਨਾਂ ਤੋਂ ਕਦੇ ਵਿਪਰਜੇ ਨਾ ਹੋਈ, ਇਹਨਾਂ ਦੇ ਬਚਨਾਂ ਨੂੰ ਨਾ ਕਦੇ ਵੀ ਮੋੜੀ। ਜੋ ਕਹਿਣਗੇ ਸਤ ਕਰਕੇ ਮੰਨੀ, ਇਹਨਾਂ ਨੂੰ ਪੁੱਤਰ ਕਰਕੇ ਨਾ ਸਮਝਣੀ। ਇਹ ਵੀ ਸਤ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨੇ ਸਾਹਿਬ ਤੋਂ ਜਦੋਂ ਤੁਰੇ ਨੇ ਅਨੰਦਪੁਰ ਸਾਹਿਬ ਵੱਲ ਨੂੰ, ਇਹ ਸਤਸੰਗ ਜੀ ਕਹਿ ਕੇ ਆਏ ਹਨ। ਜਿਸ ਪ੍ਰਕਾਰ ਦਸਵੇਂ ਪਾਤਸ਼ਾਹ ਪਟਨੇ ਸਾਹਿਬ ਵਿਖੇ ਸਤ ਸੰਗਤ ਜੀ ਸੁਭਾਏਮਾਨ ਹਨ, ਆਪ ਸਤ ਸੰਗਤ ਜੀ ਆਉਣ ਦਾ ਸੰਕਲਪ ਕਰ ਰਹੇ ਨੇ ਕਿ ਪੰਜਾਬ ਨੂੰ ਚੱਲੀਏ। ਮਾਤਾਵਾਂ ਦੇ ਨਾਲ ਸਤਸੰਗ ਜੀ ਬਚਨ ਹੋ ਰਹੇ ਨੇ। ਐਸੀ ਕਥਾ ਪਾਵਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੁਣ ਕੇ ਆਪਾਂ ਜਨਮ ਸਫਲਾ ਕਰੀਏ। ਸੁਣੋ ਅਬ ਪਟਨੇ ਕੀ ਕਥਾ ਬਖਾਨੋ। ਭਾਈ ਸਾਹਿਬ ਜੀ ਕਹਿੰਦੇ ਹੇ ਗੁਰਸਿੱਖ ਜਗਿਆਸੂ ਸਰੋਤੇ ਜਨੋ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਤੱਕ ਪ੍ਰਸੰਗ ਆਪਾਂ ਸੁਣ ਪੜ੍ਹ ਲਿਆ ਹੈ, ਪਹੁੰਚ ਚੁੱਕੇ ਨੇ ਦਿੱਲੀ ਵਿੱਚ ਸ਼ਹਾਦਤ ਦੇਣ ਵਾਸਤੇ। ਪਟਨੇ ਸਾਹਿਬ ਦੀ ਵੀ ਕਥਾ ਸੁਣੇ ਦਸਵੇਂ ਪਾਤਸ਼ਾਹ ਦੀ। ਅਵਸਰ ਇਹ ਕਹਿਣ ਕੋ ਜਾਨੋ, ਇੱਥੇ ਐਨ ਟਿਕਾਣਾ ਹੈ, ਇੱਥੇ ਕਹਿਣਾ ਬਣਦਾ ਹੈ। ਜਬ ਤੇ ਸਤਿਗੁਰ ਸੁਤ ਤਜ ਆਏ, ਜਦੋਂ ਦੇ ਸਤਸੰਗ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਟਨੇ ਸਾਹਿਬ ਤਿਆਗ ਕੇ ਆਏ ਨੇ ਛੱਡ ਕੇ, ਤਿਨ ਪਿੱਛੇ ਜਿਮ ਖੇਲ ਮਚਾਏ। ਉਸ ਤੋਂ ਬਾਅਦ ਜਿਵੇਂ ਕੌਤਕ ਕੀਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੁਣੋ। ਨਿਤ ਸ਼ਸਤਰਨ ਸੋ ਪ੍ਰੇਮ ਕਰਨ ਤੇ, ਹਮੇਸ਼ਾ ਵਾਸਤੇ ਸਤ ਸੰਗਤ ਜੀ ਸ਼ਸਤਰਾਂ ਨਾਲ ਪ੍ਰੇਮ ਕਰਦੇ ਹਨ। ਜਿਸ ਕਿਸ ਤੇ ਮੰਗਵਾਏ ਰਖਨ ਤੇ, ਜਿਸ ਕਿਸੇ ਤੋਂ ਪਤਾ ਲੱਗ ਜਾਂਦਾ ਕਿਤੇ ਸ਼ਸਤਰ ਸੋਹਣਾ ਹੋਵੇ, ਕਿਰਪਾਨ ਹੋਵੇ, ਖੰਡਾ ਹੋਵੇ, ਕਿਤੇ ਸਤ ਸੰਗਤ ਜੀ ਤੀਰ ਆਦਿਕ ਹੋਣ, ਜਦੇ ਹੀ ਮੰਗਵਾਉਂਦੇ। ਇੱਕ ਮੰਚ ਪਰ ਰਾਖ ਟਿਕਾਏ, ਇੱਕ ਪਲੰਗ ਦੇ ਉੱਤੇ ਸਤਸੰਗ ਜੀ ਸਪੈਸ਼ਲ ਸ਼ਸਤਰਾਂ ਨੂੰ ਟਿਕਾਉਂਦੇ ਸੋਹਣੇ ਰੱਖ ਕੇ। ਕੰਟਕ ਨਿਤ ਪ੍ਰਤ ਧੂਪ ਤਖਾਏ, ਸ਼ਸਤਰਾਂ ਦੇ ਕੋਲੇ ਧੂਪ ਦਿਖਾਉਂਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਕੁਛ ਅਨੇਕ ਵਰਨ ਅਨਵਾਵੇ, ਅਨੇਕਾਂ ਰੰਗਾਂ ਦੇ ਬਗੀਚੀਆਂ ਦੇ ਵਿੱਚੋਂ ਫੁੱਲ ਮੰਗਵਾਉਂਦੇ। ਕਬਹੂ ਗੂੰਦ ਮਾਲ ਅਰਪਾਵੇਂ, ਫੁੱਲਾਂ ਦੀਆਂ ਮਾਲਾਂ ਆਪਣੇ ਹੱਥੀਂ ਗੁੰਦ ਕੇ ਸਤਸੰਗ ਜੀ ਸ਼ਾਸਤਰਾਂ ਨੂੰ ਅਰਪਦੇ ਸਨ। ਕਬਹੂ ਅੰਜਲ ਹਰੇ ਚੜਾਵੇਂ, ਉਂਜਲ ਭਰ ਕੇ ਸਤਸੰਗ ਜੀ ਡਾਲੀਆਂ ਦੇ ਵਿੱਚੋਂ ਫੁੱਲਾਂ ਦੇ ਆਪ ਜੀ ਸ਼ਾਸਤਰਾਂ ਨੂੰ ਤੇ ਚੜਾਇਆ ਕਰਦੇ, ਸ਼ਾਸਤਰਾਂ ਦਾ ਪੂਜਨ ਕਰਦੇ। ਬੰਦਨ ਠਾਨੇ ਸੀਸ ਨਵਾਵੇਂ, ਬਾਰ ਸ਼ਾਸਤਰਾਂ ਨੂੰ ਪਲੰਗ ਤੇ ਢਾ ਕੇ ਮੱਥਾ ਟੇਕਦੇ। ਫਿਰੇ ਪਰ ਦਸ਼ਨਾ 34 ਤਿੰਨ ਪ੍ਰਕਰਮਾਂ ਸ਼ਾਸਤਰਾਂ ਦੀਆਂ ਰੋਜ਼ ਕਰਿਆ ਕਰਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਜੀ। ਆਪਾਂ ਪਰਸੋਂ ਹੀ ਸ਼ਸਤਰ ਧਾਰਨ ਦਾ ਛੇਵੇਂ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਹੈ। ਕਥਾ ਦੁਆਰਾ ਪਤਾ ਲੱਗਦਾ ਕਿ ਕਿੰਨਾ ਕੁ ਸਤਿਕਾਰ ਗੁਰੂ ਸਾਹਿਬ ਜੀ ਸ਼ਸਤਰਾਂ ਦਾ ਕਰਦੇ ਸੀ। ਇਹ ਤਾਂ ਕਥਾ 'ਚ ਸੁਣ ਰਹੇ ਆ। ਆਪ ਜੀ ਦੀ ਬਾਣੀ ਵਿੱਚ ਆਪ ਨੇ ਰਚਨਾ ਤੋਂ ਉਚਾਰਨ ਕੀਤਾ, ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਯੰ ਨਮਸਕਾਰ ਤੇਯੰ, ਅਸਕਰ ਪਾਨ ਖੰਡੋ ਖੜਗ ਤੁਬ ਤਬਰ ਅਰ ਤੀਰ, ਸਾਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ। ਇਹੇ ਜੇ ਸਤਸੰਗ ਜੀ ਸ਼ਾਸਤਰਾਂ ਦਾ ਮਹਾਤਮ ਹੈ ਪੂਜਨ ਕਰਨ ਦਾ। ਇਸੇ ਕਰਕੇ ਗੁਰੂ ਘਰ ਵਿੱਚ ਸਤਸੰਗ ਜੀ ਪੂਰਵੋਕਤ ਵੀ ਆਪਾਂ ਕਈ ਵਾਰ ਵਿਚਾਰ ਕੀਤੀ ਹੈ। ਸ਼ਾਸਤਰ ਦਾ ਵੀ ਸਤਿਕਾਰ ਹੈ ਔਰ ਸ਼ਸਤਰ ਦਾ ਵੀ ਸਤਿਕਾਰ ਹੈ। ਸ਼ਾਸਤਰ ਦੇ ਥੋਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ, ਸ਼ਾਸਤਰ ਪ੍ਰਤੱਖ ਸਤਸੰਗ ਜੀ ਸੋਭਦੇ ਨੇ ਤਖਤਾਂ ਦੇ ਵੀ। ਇਸੇ ਕਰਕੇ ਗੁਰੂ ਕੀ ਤਾਬਿਆ ਵਿੱਚ ਆਪਾਂ ਸਤਸੰਗ ਜੀ
ਸੋਹਣੇ ਸੋਹਣੇ ਸ਼ਸਤਰ ਲਿਆ ਕੇ ਸੁਹਾਇਮਾਨ ਕਰਦੇ ਆ। ਨਾਲੇ ਸ਼ਸਤਰ ਨੂੰ ਮੱਥਾ ਟੇਕ ਹੋ ਜਾਂਦਾ, ਨਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ। ਖਾਲਸਾ ਇਸੇ ਕਰਕੇ ਸਾਧ ਸੰਗਤ ਜੀ ਜਿਹੜੇ ਸ਼ਸਤਰ ਧਾਰੀ ਸਿੰਘ ਨੇ ਨਾ, ਉਹ ਆਪਣੇ ਵਾਂਗੂ ਪ੍ਰਕਰਮਾ ਨਹੀਂ ਕਰਦੇ, ਕਹਿੰਦੇ ਅੱਧੀ ਤੇ 84 ਕਰਦੀ ਹੈ। ਉਹ ਸਾਧ ਸੰਗਤ ਜੀ ਦੂਸਰੇ ਪਾਸਿਓਂ ਕਰਦੇ ਨੇ। ਆਪਾਂ ਸਾਧ ਸੰਗਤ ਜੀ ਖੱਬੇ ਪਾਸੇ ਨੂੰ ਘੁੰਮਦੇ ਹਾਂ, ਜਿਹੜਾ ਖਾਲਸਾ ਹੈ ਸਾਧ ਸੰਗਤ ਜੀ ਉਹ ਸੱਜੇ ਪਾਸੇ ਨੂੰ ਪ੍ਰਕਰਮਾ ਕਰਦਾ ਹੈ ਕਿ ਸ੍ਰੀ ਸਾਹਿਬ ਗਾਤਰੇ ਪਾਈ, ਇਹਦੀ ਵੀ ਪ੍ਰਕਰਮਾ ਵਿੱਚ ਹੀ ਹੋ ਜਾਵੇ। ਸੱਜੇ ਹੱਥ ਹੋਇਆ ਕਰਦੀ ਹੈ ਸ੍ਰੀ ਸਾਹਿਬ, ਖੱਬੇ ਪਾਸੇ ਹੋਣੇ ਕਰਕੇ। ਸੋ ਇਸੇ ਤਰ੍ਹਾਂ ਸਾਧ ਸੰਗਤ ਜਿੰਨੇ ਸ਼ਸਤਰਧਾਰੀ ਨਿਹੰਗ ਸਿੰਘ ਹਨ, ਉਹ ਸਾਧ ਸੰਗਤ ਪ੍ਰਕਰਮਾ ਦੂਸਰੀ ਕਰਿਆ ਕਰਦੇ ਨੇ। ਨਰੰਗੇ ਨੂੰ ਵੀ ਜਿਸ ਵੇਲੇ ਮੱਕੇ ਜਾ ਕੇ ਘੇਰਿਆ ਕਲਗੀਧਰ ਪਾਤਸ਼ਾਹ ਨੇ, ਇੱਧਰਲੀ ਪ੍ਰਕਰਮਾ ਕਰਕੇ ਘੇਰਿਆ ਸੀ। ਸਾਧ ਸੰਗਤ ਜਦੋਂ ਕਟਾਰ ਦਿੱਤੀ, ਕਹਿਣ ਲੱਗੇ ਤੂੰ ਇਹੋ ਜਿਹੇ ਨਿਆਂ ਕਰਦਾ ਹੈ, ਸਾਡੇ 2 ਸਿੰਘ ਗਏ ਨੇ ਤੈਨੂੰ ਮਿਲਣ ਵਾਸਤੇ ਚਿੱਠੀ ਲੈ ਕੇ, ਤੂੰ ਹੁਣ ਤਾਈਂ ਉਹਨਾਂ ਨੂੰ ਪੁੱਛਿਆ ਨਹੀਂ। ਆ ਲੈ ਤੈਨੂੰ ਇੱਕ ਕਟਾਰ ਦਿੰਦੇ ਆ, ਸਾਡੇ ਸਿੰਘ ਤੇਰੇ ਕੋਲੋਂ ਮੰਗਣਗੇ, ਉਹਨਾਂ ਨੂੰ ਦੇਈ, ਉਹਨਾਂ ਨੂੰ ਪਤਾ ਲੱਗ ਜਾਵੇ ਕਲਗੀਧਰ ਪਾਤਸ਼ਾਹ ਮੱਕੇ ਜਾ ਕੇ ਔਰੰਗਜ਼ੇਬ ਨੂੰ ਮਿਲੇ। ਸਤ ਸੰਗਤ ਜੀ ਇਹ ਪ੍ਰਸੰਗ ਆ 10ਵੇਂ ਪਾਤਸ਼ਾਹ ਦੀ ਕਥਾ ਚ ਆਉਂਦਾ ਹੈ। ਸੋ ਰਹੋ ਵਿਚਾਰ ਕਿੰਨਾ ਪਿਆਰ ਤੇ ਸਤਿਕਾਰ ਸਤ ਸੰਗਤ ਜੀ ਸ਼ਾਸਤਰਾਂ ਦੇ ਨਾਲ ਹੈ, ਔਰ ਸਾਡੇ ਹਿਰਦੇ ਚ ਅੱਜ ਕੀ ਸ਼ਾਸਤਰਾਂ ਦਾ ਸਤਿਕਾਰ ਰਹਿ ਗਿਆ। ਖਾਲਸਾ ਜੀ ਦਿਮਾਗ ਵਿੱਚ ਹੀ ਹੈ ਨਹੀਂ ਕਿ ਇਹਨਾਂ ਸ਼ਾਸਤਰਾਂ ਦਾ ਸਤਿਕਾਰ ਵੀ ਕਰਨਾ ਹੈ। ਸੋ ਆਪ ਜੀ ਸਤ ਸੰਗਤ ਜੀ ਬਾਲਕ ਅਵਸਥਾ ਹੈ, ਸ਼ਾਸਤਰਾਂ ਨੂੰ ਪਲੰਘ ਤੇ ਰੱਖ ਕੇ ਰੋਜ਼ ਧੂਪ ਦਿੰਦੇ, ਜੋਤ ਜਗਾਉਂਦੇ, ਪ੍ਰਕਰਮਾ ਕਰਦੇ, ਫੁੱਲ ਚੜਾਉਂਦੇ ਸ਼ਾਸਤਰਾਂ ਤੇ। ਚੰਦਨ ਚਰਚੈ ਪ੍ਰੇਮ ਸੋ ਪੀਨ, ਪ੍ਰੇਮ ਵਿੱਚ ਭਿੱਜ ਕਰਕੇ ਚੰਦਨ ਆਦਿਕ ਕੇਸਰ ਆਦਿ ਇਕੱਠੇ ਕਰਕੇ ਸੁਗੰਧੀ ਫੈਲਾਉਂਦੇ। ਟਿਕਸਾਨ ਕੇ ਸਿਸ ਜਬ ਆਵੇ, ਜਦੋਂ ਸਤ ਸੰਗਤ ਜੀ ਬਾਲਕ ਅਵਸਥਾ ਵਾਲੇ ਬੱਚੇ ਸ਼ਹਿਰ ਦੇ ਵਿੱਚੋਂ ਆਉਂਦੇ ਸ਼ਾਹਾਂ ਦੇ, ਕਹਿ ਮੈਂ ਮਾਂ ਕੋ ਬਹੁਤ ਸੁਣਾਵੇ, ਸਾਰਿਆਂ ਬੱਚਿਆਂ ਨੂੰ ਇਕੱਠੇ ਕਰਕੇ ਸ਼ਾਸਤਰਾਂ ਦੀ ਮਹਿਮਾ ਸੁਣਾਉਂਦੇ। ਇਹ ਆਛੋ ਛੋਟੋ ਹਮ ਲਾਇਕ, ਕਹਿਣ ਲੱਗੇ ਆ ਦੇਖੋ ਕੀ ਸੋਹਣਾ ਛੋਟਾ ਸ਼ਾਸਤਰ ਆ, ਸਾਡੇ ਲਾਇਕ ਹੈ। ਕਰੇ ਪ੍ਰਹਾਰਨ ਰਿਪਕਨ ਗਾਇਕ, ਇਹ ਸ਼ਾਸਤਰ ਨਾਲ ਅਸੀਂ ਬਹੁਤ ਹੀ ਬੈਰੀਆਂ ਤੇ ਬਾਹਰ ਕਰਕੇ ਮਾਰ ਦਿਆਂਗੇ। ਕਰੇ ਬਲੋਕਨ ਮਾਤਰੋ ਦਾਦੀ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਜੋ ਦਾਦੀ ਹੈ, ਦੋਨੋਂ ਸਤ ਸੰਗਤ ਜੀ ਦੇਖਦੀਆਂ ਨੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲ ਕਿ ਕੀ ਕੌਤਕ ਕਰਦੇ ਨੇ, ਸ਼ਾਸਤਰਾਂ ਦਾ ਪੂਜਨ ਕਰ ਰਹੇ ਨੇ। ਕਿਆ ਲੀਲਾ ਥਾਰੇ ਅਹਿਲਾਦੀ, ਆਨੰਦ ਦੇਣ ਵਾਲੇ ਅੱਜ ਕੀ ਲੀਲਾ ਕੌਤਕ ਕਰ ਰਹੇ ਆ। ਰਚੇ ਪਤਾਮਾ ਸਮਕ੍ਰਿਤ ਕੀ, ਮਾਤਾ ਨਾਨਕੀ ਸੋਚ ਰਹੀ ਹੈ, ਜਿਹਨੇ ਅੱਖੀਂ ਦੇਖੇ ਸੀ ਸ਼ਾਸਤਰ ਮੀਰੀ ਪੀ ਦੇ ਪਹਿਨੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਕਿ ਇਹ ਤਾਂ ਆਪਣੇ ਦਾਦੇ ਵਾਂਗੂ ਸੁਭਾਅ ਹੈ ਇਹਨਾਂ ਦਾ। ਬੜੇ ਹੋਏ ਕਰ ਠਾਨੇ ਸੇ, ਵੱਡੇ ਹੋ ਕਰਕੇ ਉਹਨਾਂ ਵਾਂਗੂ ਹੀ ਧਰਮ ਦੇ ਜੰਗ ਕਰਨਗੇ। ਹਰ ਗਲੇਲ ਕੋ ਧਾਰਤ ਕਨੇ, ਬਹੁਤ ਵਾਰੀ ਹੱਥ ਵਿੱਚ ਗਲੇਲੇ ਪਕੜਦੇ ਹਨ, ਆਪੇ ਦੂਰ ਨਿਸ਼ਾਨੋ ਹਣੇ, ਗੋਲੀਆਂ ਵਿੱਚ ਸਤ ਸੰਗਤ ਜੀ ਸਿੰਨ ਕੇ ਨਿਸ਼ਾਨੇ ਮਾਰਦੇ ਆ। ਗੁਰ ਕਰ ਮੈਂ ਇੱਕ ਕੂਪ ਛਟੇਰਾ, ਗੁਰੂ ਘਰ ਵਿੱਚ ਸਤ ਸੰਗਤ ਜੀ ਖੂਹੀ ਹੁਣ ਵੀ ਹੈ, ਤਖਤ ਦੇ ਸਤ ਸੰਗਤ ਜੀ ਦਰਸ਼ਨ ਕਰਦੇ ਆ ਅੰਦਰ ਪਟਨੇ ਸਾਹਿਬ। ਉਹ ਖੂਹੀ ਉਸੇ ਤਰ੍ਹਾਂ ਮਾਤਾ ਗੁਜਰੀ ਜੀ ਦੀ ਖੂਹੀ ਉਹਦਾ ਨਾਮ ਹੈ, ਮਾਤਾ ਜੀ ਨੇ ਲਵਾਈ ਸੀ। ਬੜਾ ਸੋਹਣਾ ਖੂਹ ਹੈ ਅੰਦਰ, ਜਿਸ ਕੋ ਬਾਰੀ ਮਧੁਰ ਬਡੇਰਾ, ਜਿਸ ਦਾ ਪਾਣੀ ਬਹੁਤ ਮਿੱਠਾ ਸੀ। ਨਿਕਟ ਨਿਕਟ ਜੇ ਸਦਨ ਬਸੰਤ, ਨੇੜੇ ਨੇੜੇ ਆਂਢ ਗੁਆਂਢ ਪੜੋਸ ਵਿੱਚ ਜਿੰਨੇ ਲੋਕ ਵਸਦੇ ਸੀ, ਤਾਂ ਆਨ ਕਰ ਨੀਰ ਪਰੰਤੇ, ਸਾਰੇ ਗੁਰੂ ਕੇ ਮਹਿਲਾਂ ਚ ਗੁਰੂ ਕੀ ਖੂਹੀ ਦਾ ਪਾਣੀ ਲੈ ਕੇ ਜਾਂਦੇ ਮਿੱਠਾ ਪੀਣ ਨੂੰ। ਘਟ ਪਰ ਕੇ ਲੈ ਜਾਏ ਸੁਨੀਤਾ, ਘੜੇ ਭਰ ਰੋਜ਼ ਲਿਜਾਂਦੇ ਇਸਤਰੀ ਪੁਰਸ਼। ਕਰੇ ਪਾਨ ਕੋ ਹਰ ਖੰਤ ਚੀਤਾ, ਬੜੇ ਖੁਸ਼ ਹੋ ਕੇ ਗੁਰੂ ਕੇ ਖੂਹ ਦਾ ਪਾਣੀ ਪੀਂਦੇ। ਕਈ ਬਾਰ ਦੁਰ ਦੁਰ ਕਰ ਮਾਰੇ, ਕਈ ਵੇਰੀ ਸਤ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲੁਕ ਕੇ ਘੜਿਆਂ ਨੂੰ ਨਿਸ਼ਾਨਾ ਤੱਕ ਕੇ ਗਲੇਲੇ ਮਾਰਦੇ। ਘਟ ਕੋ ਫੋਰ ਤੁਰਤ ਗੁਰਡਾਰੇ, ਛੇਤੀ ਦੇ ਨੇ ਘੜਾ ਭੰਨ ਕੇ ਰੱਖ ਦਿੰਦੇ ਜਿਹੜੇ ਆਉਂਦੀਆਂ ਪਨਿਹਾਰੀਆਂ ਲੈਣ ਪਾਣੀ। ਜਿਤੋਂ ਦੇਖ ਦੁੱਖ ਕੋ ਪਾਏ, ਇੱਧਰ ਉੱਧਰ ਦੇਖਦੀਆਂ ਪਾਣੀ ਭਰਨ ਵਾਲੀਆਂ, ਕਿੱਧਰੋਂ ਆਇਆ ਗੋਲ ਗਲੇਲਾ, ਕਿਵੇਂ ਫੁੱਟ ਗਿਆ ਘੜਾ। ਕਿਉਂ ਅਚਾਨਕ ਕੁੰਭ ਨਸਾਏ, ਅਚਨ ਚੇਤ ਕੀਨੇ ਸਾਡਾ ਘੜਾ ਨਾਸ ਕਰ ਦਿੱਤਾ। ਵਰਜਤ ਗੁਜਰੀ ਮਾਤ ਕਨੇਰਾ, ਮਾਤਾ ਗੁਜਰੀ ਬਹੁਤ ਰੋਕਦੀ ਹੈ। ਜਿਤੋਂ ਤਾਏ ਜਾਏ ਬਹੁ ਬੇਰਾ, ਬੇਪਰਵਾਹ ਨੇ, ਬੇਖਾਹਸ਼ ਨੇ, ਮਾਤਾ ਜੀ ਤੋਂ ਅੱਖ ਬਚਾ ਕੇ ਇੱਧਰ ਉੱਧਰ ਨੱਠ ਜਾਂਦੇ ਨੇ ਗੁਰੂ ਗੋਬਿੰਦ ਸਿੰਘ
ਸਾਹਿਬ ਜੀ। ਇੱਕ ਦਿਵਸ ਇੱਕ ਤੁਰਕਨ ਆਈ। ਇੱਕ ਦਿਨ ਸੁਣ ਸਤਸੰਗ ਜੀ, ਇੱਕ ਤੁਰਕਾਂ ਦੇ ਘਰ ਵਾਲੀ ਇਸਤਰੀ ਆਈ ਪਾਣੀ ਲੈਣ। ਵਾਰੀ ਭਰਵੇ ਕਉਤ ਲਾਈ। ਬੜੀ ਕਾਹਲੀ ਕੀਤੀ ਉਸਨੇ ਪਾਣੀ ਭਰਨ ਦੀ ਖੂਹ ਤੋਂ। ਕਰ ਸਿਰ ਪਰ ਜਬ ਕਰ ਕੋ ਚਾਲੀ। ਜਦੋਂ ਘੜਾ ਭਰ ਕੇ ਸਿਰ ਤੇ ਰੱਖ ਕੇ ਘਰ ਨੂੰ ਚੱਲੀ, ਤਬ ਗੁਰ ਹਾਥ ਗਲੇਲ ਸੰਭਾਲੀ। ਆਗੇ ਵਿਚਰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਨੇ ਗਲੇਲ ਸੰਭਾਲ ਲਈ ਹੱਥ ਵਿੱਚ। ਤਾਕੇ ਹਤਿਓ ਕਰ ਹਾਲਤ ਭਇਓ। ਸਤ ਸੰਗਤ ਜੀ ਐਨ ਕਿਹੜਾ ਨਿਸ਼ਾਨਾ ਘੜੇ ਨੂੰ ਤੱਕ ਕੇ ਜਿਸ ਵੇਲੇ ਮਾਰਿਆ ਗੁਲੇਲਾ, ਕੁਦਰਤੀ ਹੱਥ ਹਿੱਲ ਗਿਆ ਆਪ ਜੀ ਦਾ। ਘਟ ਬਚ ਗਇਓ ਭਾਲ ਮੈਂ ਹਇਓ। ਘੜਾ ਤਾਂ ਬਚ ਗਿਆ, ਉਹ ਮੁਸਲਮਾਨੀ ਦੇ ਮੱਥੇ 'ਚ ਵੱਜਿਆ। ਛੁਟਿਓ ਰੱਖ ਦੁਖ ਪਾਏ ਕਨੇਰਾ। ਉਸ ਵੇਲੇ ਗਲੀ ਹੋ ਗਈ, ਜਿਸ ਵੇਲੇ ਖੂਨ ਨਿਕਲਿਆ, ਹੈ ਕਲਾਪ ਲੱਗੀ ਕਰਨ ਦੁੱਖ ਪਾਇਆ। ਉੱਚੇ ਬੋਲ ਕਹੇ ਤਿਸ ਬੇਰਾ। ਉੱਚੀ ਦਿਨ ਬੋਲ ਕੇ ਲੱਗੀ ਕਹਿਣ, ਹਾਏ ਹਾਏ ਕਰਤੀ ਚਲ ਆਈ। ਹੈ ਕਰਦੀ ਘੜਾ ਥੱਲੇ ਰੱਖਤਾ, ਆ ਗਈ ਮਾਤਾ ਗੁਜਰੀ ਕੋਲੇ। ਜੈ ਥਿਰ ਗੁਜਰੀ ਅਰ ਬਟ ਮਾਈ। ਜਿੱਥੇ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਸੱਸ ਨੌ ਬੈਠੀਆਂ ਸਨ। ਉੱਚ ਅਟਾਰੀ ਤੇ ਮੋਹ ਮਾਰਿਓ। ਕਹਿਣ ਲੱਗੀ ਉਹ ਤੁਹਾਡੇ ਉੱਚੇ ਚਵਾਰਾ ਸੀ ਮਹਾਰਾਜ ਦੇ ਮਹਿਲਾਂ ਦੇ ਉੱਤੇ, ਉੱਥੋਂ ਸੱਚੇ ਪਾਤਸ਼ਾਹ ਨੇ ਮਾਰਿਆ ਗੁਲੇਲਾ ਕੁਦਰਤੀ। ਇਹ ਘੜੇ ਨੂੰ ਮਾਰਿਆ ਸੀ, ਮੱਥੇ 'ਚ ਲੱਗਿਆ ਚਮਚੇਤ। ਕਹਿਣ ਲੱਗੀ ਆ ਤੁਹਾਡੀ ਉਟਾਰੀ ਉੱਚੀ ਚੋਂ ਗਲੇਲਾ ਆਇਆ ਹੈ। ਲਗਿਓ ਪਾਲ ਮੈਂ ਸਰੋਣ ਨਕਾਰਿਓ। ਮੇਰੇ ਖੂਨ ਕੱਢ ਦਿੱਤਾ, ਗਲੀ ਹੋ ਗਈ, ਮੱਥੇ 'ਚ ਵੱਜਿਆ। ਜਾਓ ਪੁਕਾਰੂ ਮੈਂ ਦੁੱਖ ਪਾਇਓ। ਮੈਂ ਤਾਂ ਬਹੁਤ ਦੁਖੀ ਆ, ਮੈਂ ਤਾਂ ਜਾ ਕੇ ਜਿੱਥੇ ਕੋਈ ਪੁਲਿਸ ਦੇ ਬੰਦੇ ਨੇ ਉੱਥੇ ਪੁਕਾਰ ਕਰਾਂਗੀ ਫਰਿਆਦ। ਸਤ ਅਤ ਉਤਪਾਤ ਉਠਾਇਓ। ਤੁਹਾਡੇ ਪੁੱਤਰ ਨੇ ਬਹੁਤ ਉਪਦਰ ਉਠਾਇਆ ਹੈ, ਬਹੁਤ ਉਪਾਧੀਆਂ ਕਰਦਾ ਹੈ। ਲੋਕਣ ਕੇ ਕਟ ਭਗਨ ਕਰਨ ਤੇ। ਬਹੁਤ ਸਾਰੇ ਲੋਕਾਂ ਦੇ ਘੜੇ ਭੰਨਦਾ ਇਹ। ਸਤ ਛਿਮ ਲਗ ਨਿਕਟ ਬਸੰਤੇ। ਅਸੀਂ ਨੇੜੇ ਤੁਹਾਡੇ ਪੜੋਸ ਵਿੱਚ ਸਾਰੇ ਗਵਾਂਢੀ ਵਸਦੇ ਕਰਕੇ ਖਿਮਾ ਧਾਰਦੇ ਹਾਂ, ਨਹੀਂ ਤਾਂ ਤੁਹਾਡੇ ਪੁੱਤਰ ਨੂੰ ਪਕੜਾ ਦਈਏ। ਐ ਮਾਤਾ ਗੁਜਰੀ ਤੇ ਮਾਤਾ ਨਾਨਕੀ ਨੂੰ ਉਲਾਂਭਾ ਦੇਣ ਲੱਗੀ ਮੁਸਲੀ। ਕਹੋ ਕਹਾਂ ਲਗ ਕਰੇ ਸਮਾਈ। ਅਸੀਂ ਕਿੱਥੇ ਤੱਕ ਖਿਮਾ ਧਾਰਾਂਗੇ, ਮੁਸਲਮਾਨ ਨਹੀਂ ਕਹਿੰਦੀ। ਮੈਂ ਤੂੰ ਵਰਜਤ ਦੇਖਤ ਮਾਈ। ਇਹ ਮਾਈ ਗੁਜਰੀ ਤੂੰ ਇਹਨੂੰ ਆਪਦੇ ਪੁੱਤਰ ਨੂੰ ਵਰਜਦੀ ਨਹੀਂ, ਦੇਖ ਕੇ ਰੋਕਦੀ ਨਹੀਂ। ਤੁਰ ਕੇ ਸ਼ਿਰ ਕੇ ਆਏ ਸਿਪਾਹੀ। ਰੰਗੇ ਦਾ ਰਾਜ ਹੈ ਇਸ ਵੇਲੇ, ਤੁਰਕਾਂ ਦੇ ਸਿਪਾਹੀ ਆ ਜਾਣਗੇ। ਬਾਦ ਕਾਟ ਬੋਲੇ ਤੁਮ ਪਾਹੀ। ਵੱਧ ਘੱਟ ਫਿਰ ਤੁਹਾਡੀ ਬੋਲ ਕੇ ਤੁਹਾਡੀ ਬੇਇੱਜ਼ਤੀ ਕਰਨਗੇ। ਸੁਨ ਮਾਤਾ ਔਰ ਕ੍ਰੋਧ ਬਸਾਲਾ। ਮਾਤਾ ਗੁਜਰੀ ਦੇ ਮਨ ਵਿੱਚ ਬੜਾ ਕ੍ਰੋਧ ਆਇਆ ਕਿ ਗਲਤੀ ਕੀਤੀ ਮੇਰੇ ਪੁੱਤਰ ਨੇ। ਇਹ ਕਰ ਸ਼ਰੀ ਉਠੀ ਤਤਕਾਲਾ। ਉਸੇ ਵੇਲੇ ਸਤ ਸੰਗੀ ਛਿੱਟੀ ਲੈ ਕੇ ਝਿੜਕਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉੱਠੀ। ਉੱਚੇ ਬੋਲਤ ਤਾੜਨ ਹੇਤ। ਉੱਚੀ ਬੋਲਦੀ ਹੈ ਤਾੜਨ ਵਾਸਤੇ। ਪੂਰਨ ਉਪਰ ਗਈ ਨਕੇਤ। ਛੇਤੀ ਦੇ ਨਾਲ ਕੋਠੇ ਤੇ ਚੜ ਗਈ, ਚਵਾਰੇ 'ਚ ਬੈਠੇ ਸੀ ਮਹਾਰਾਜ ਜੀ। ਜਾਨੀ ਸ੍ਰੀ ਗੋਬਿੰਦ ਸਿੰਘ ਮਾਤਾ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਖਿਆ ਮਾਤਾ ਆ ਗਈ ਛਿੱਟੀ ਲੈ ਕੇ ਸਾਨੂੰ ਕੁੱਟਣ, ਤਾੜਨ ਕਾਰਨ ਮਨ ਇਸਰਾਤਾ। ਇਹਦਾ ਮਨ ਇਸ ਵੇਲੇ ਗੁੱਸੇ 'ਚ ਭਿੱਜਿਆ ਹੋਇਆ, ਸਾਨੂੰ ਤਾੜੇਗੀ। ਔਰ ਪਰਵੇਛੇ ਵਿੱਚ ਉਟਾਰੀ। ਛੇਤੀ ਦੇ ਨਾਲ ਸਤ ਸੰਗਤ ਜੀ ਉਟਾਰੀ ਚਵਾਰੇ ਦੇ ਵਿੱਚ ਵੜ ਗਏ। ਤੁਰਤ ਭੇੜ ਦ੍ਰਿੜ ਕੀਨ ਕੁਵਾਰੀ। ਦਰਵਾਜ਼ੇ ਅੰਦਰੋਂ ਵੜ ਕੇ ਕੁੰਡਾ ਲਾ ਲਿਆ। ਸ਼੍ਰਿੰਖਲ ਕੋ ਲਗਾਏ ਤਤਕਾਲਾ। ਕੁੰਡਾ ਲਾ ਕੇ ਛੇਤੀ ਬੈਠ ਰਹੇ ਨਿਸ਼ਚਿੰਤ ਕਿਰਪਾਲਾ। ਨਿਸ਼ਚੰਤ ਹੋ ਕੇ ਸਤਿਗੁਰੂ ਜੀ ਬੈਠ ਗਏ। ਸ੍ਰੀ ਗੁਜਰੀ ਦਰ ਦੇਖ ਕੁਵਾਰਾ। ਮਾਤਾ ਜੀ ਨੇ ਜਦੋਂ ਜਾ ਕੇ ਮਾਰਿਆ ਧੱਕਾ, ਦਰਵਾਜ਼ਾ ਕਿੱਥੇ ਖੁੱਲਣਾ ਸੀ। ਦੇਤ ਤਕੇਲਾ ਨੈਣ ਉਗਾਰਾ। ਖੋਲਦੇ ਹੀ ਨਹੀਂ, ਅੰਦਰੋਂ ਮਾਤਾ ਧੱਕੇ ਮਾਰਦੀ ਐ। ਹਰੀ ਹੋਏ ਕੈ ਕਰੂਰ ਬਡੇਰੇ। ਮੋਰੀ ਥਾਈ ਖੜੀ ਹੋ ਕੇ ਬੜੇ ਸਤਿ ਜੀ ਮੱਥੇ ਤੇ ਤਿਉੜੀ ਪਾ ਲਈ, ਕਿਹੜੇ ਬਚਨ ਕਹੇ। ਨਿਤ ਹੇਰਤ ਮੈਂ ਅਵਗੁਣ ਤੇਰੇ। ਕਹਿੰਦੀ ਮੈਂ ਤੇਰੇ ਨਿਤ ਔਗਣ ਦੇਖਦੀ ਆਂ, ਗਵਾਂਢਣਾ ਦੇ ਘੜੇ ਭੰਨਦਾ ਤੂੰ। ਤੁਰਕ ਰਾਜ ਮੈਂ ਕਰ ਉਤਪਾਤਾ। ਤੈਨੂੰ ਪਤਾ ਤੁਰਕਾਂ ਦਾ ਰਾਜ ਹੈ, ਇਸ ਤਰ੍ਹਾਂ ਉਪਦਰ ਕਰਨੇ, ਇਲਤਾਂ ਕਰਨੀਆਂ ਠੀਕ ਨਹੀਂ। ਦੇਖ ਕੇ ਕੀਨ ਗਿਲੇ ਲੋਕ ਹਾਤਾ। ਤੈਂ ਅੱਜ ਮੁਸਲਮਾਨੀ ਦੇ ਮੱਥੇ 'ਚ ਗਰੇਲਾ ਮਾਰਿਆ। ਰੋਣਤ ਬਹਿਓ ਜਾਤ ਬਿਲ ਲਾਵੇ। ਉਹ ਦੇਖ ਬਰਲਾਪ ਕਰਦੀ ਐ ਥੱਲੇ ਬੈਠੀ ਮਾਤਾ ਨਾਨਕੀ ਜੀ ਦੇ ਕੋਲੇ, ਖੂਨ ਵਗਦਾ ਮੱਥੇ 'ਚੋਂ। ਵੇ ਪਕਾਰ ਸੋ ਚਲੇ ਜਾਵੇ। ਹੁਣ ਉਹਨੇ ਜਾ ਕੇ ਥਾਣੇ ਪ੍ਰਕਾਰ ਕਰ ਦੇਣੀ ਐ। ਕਿਆ ਹਮ ਕਹੇ ਜਤਨ ਕਿਆ ਕਰੇ। ਦੱਸ ਹੁਣ ਅਸੀਂ ਕੀ ਕਹਾਂਗੀਆਂ ਦੋਨੋਂ,
ਕੀ ਯਤਨ ਕਰਾਂਗੀਆਂ। ਰਾਜ ਤੁਰਕ ਤੇ ਧੀਰਕ ਡਰੇ। ਅਸੀਂ ਤਾਂ ਡਰਦੀਆਂ ਮੁਸਲਮਾਨਾਂ ਦਾ ਰਾਜ ਹੈ। ਸੁਣ ਬੋਲੇ ਅੰਤਰ ਤੇ ਸਕਾਲਾ। ਅੰਦਰੋਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਣ ਕੇ ਮਾਤਾ ਨੂੰ ਜਵਾਬ ਦਿੰਦੇ ਆ, ਮੈਂ ਨਾ ਜਾਣ ਮਾਰਿਓ ਵਿੱਚ ਭਾਲਾ। ਮਾਤਾ ਮੈਂ ਜਾਣ ਬੁੱਝ ਕੇ ਤਾਂ ਨਹੀਂ ਉਹਦੇ ਮੱਥੇ ਮਾਰਿਆ ਗਰੇਲਾ। ਤਾਕੇ ਨਿਸ਼ਾਨੋ ਦੀਨ ਚਲਾਈ। ਹਾਂਜੀ, ਤਾਕੇ ਨਿਸ਼ਾਨੋ ਦੀਨ ਚਲਾਈ। ਮੈਂ ਤਾਂ ਤੱਕ ਕੇ ਨਿਸ਼ਾਨਾ ਘੜੇ ਨੂੰ ਚਲਾਇਆ ਸੀ। ਤੂੰ ਚਲ ਤਵੇ ਅਗਰ ਕਿਉਂ ਆਈ। ਉਹ ਸਾਹਮਣੇ ਕਿਉਂ ਆਈ ਘੜਾ ਚੱਕ ਕੇ। ਕਹਾਂ ਦੋਸ਼ ਮੇਰੋ ਇਸ ਮਾਹੀ। ਇਹ ਮਾਤਾ ਮੇਰਾ ਕੀ ਕਸੂਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੰਦਰੋਂ ਬੋਲ ਰਹੇ ਨੇ ਚਵਾਰੇ ਦੇ। ਹਮ ਤੁਰਕਨ ਤੇ ਡਰ ਪਾਈ। ਦੂਸਰੇ ਮਾਤਾ ਤੂੰ ਵੀ ਡਰਦੀ ਹੈ, ਸਾਨੂੰ ਵੀ ਤੂੰ ਤੁਰਕਾਂ ਤੋਂ ਡਰਾਉਂਦੀ ਹੈ। ਇਉਂ ਨਹੀਂ ਪਤਾ ਹੈ ਕਿ ਇਹਨਾਂ ਦੀ ਜੜ ਪੱਟਣ ਵਾਲੇ ਇਹੀ ਬੈਠੇ ਨੇ, ਮੇਰੇ ਪੁੱਤਰ ਹੀ। ਸਤਿਗੁਰੂ ਜੀ ਸਤ ਸੰਜੀ ਨਿਰਭੈ ਹੋ ਕਰਕੇ ਕਹਿਣ ਲੱਗੇ, ਮਾਤਾ ਅੱਜ ਤੂੰ ਸਾਨੂੰ ਮੁਸਲਮਾਨਾਂ ਤੋਂ ਡਰਾਉਂਦੀ ਐ। ਹੁਣ ਗੁਜਰੀ ਕਹਿ ਮੈਂ ਮਨ ਮਜਾਨੀ। ਮਾਤਾ ਗੁਜਰੀ ਸੁਣ ਕੇ ਕਹਿਣ ਲੱਗੀ, ਮੈਂ ਜਾਣ ਲਈ। ਮੈਂ ਤੂੰ ਬਸਵੇ ਦੇ ਇਸ ਥਾਨੀ। ਤੂੰ ਪੁੱਤਰ ਸਾਨੂੰ ਇੱਥੇ ਸੁੱਖ ਨਾ ਬਸਣ ਨਹੀਂ ਦੇਵੇਂਗਾ ਜੇ ਇਸ ਤਰ੍ਹਾਂ ਹਿਲਤਾਂ ਕਰਦਾ। ਫਿਰ ਨਾ ਰਹੋ ਇੱਕ ਛਣ ਵੀ ਬੈਠ। ਇੱਕ ਛਣ ਵੀ ਘਰ ਵਿੱਚ ਬੈਠ ਕੇ ਟਿਕਦਾ ਨਹੀਂ ਹੈ। ਚਾਨ ਬਾਲਕ ਬ੍ਰਿੰਦ ਅਕੈਠ। ਸਾਰੇ ਬਾਲ ਕੇ ਤੂੰ ਇਕੱਠੇ ਕਰ ਲੈਣਾ। ਕਰਤ ਰਹੋ ਉਤਪਾਤ ਵਡੇਰੇ। ਇੱਧਰ ਉੱਧਰ ਘੜੇ ਭੰਨਣ ਦੇ ਹੋਰ ਤੂੰ ਹਿਲਤਾਂ ਕਰਦਾ ਪੱਧਰ। ਵਰਜੋ ਰਹੇ ਨਹੀਂ ਇੱਕ ਬੇਰੇ। ਇੱਕ ਵਾਰੀ ਵੀ ਮੇਰਾ ਰੋਕਿਆ ਵਰਜਿਆ ਹੋਇਆ ਤੂੰ ਟਿਕਦਾ ਨਹੀਂ। ਦਿਲ ਬੋਲਤ ਉਤਰੀ ਤਰਿਆਈ। ਕਿਉਂ ਬੋਲਦੀ ਹੋਈ ਮਹਾਰਾਜ ਨੇ ਬਾਹਰ ਤਾਂ ਖੋਲਿਆ ਨਹੀਂ, ਅੰਦਰੋਂ ਕੁੰਡਾ ਕਿਵੇਂ ਮਹਾਰਾਜ ਨੂੰ ਝੜਕਦੀ ਗੱਲਾਂ ਬਾਤਾਂ ਕਰਦੀ ਕ੍ਰੋਧ ਦੀਆਂ ਥੱਲੇ ਉਤਰੇ ਆਈ ਕੋਠੇ ਤੋਂ। ਕ੍ਰੋਧ ਭਰੀ ਇਮ ਗਿਰਾ ਲਾਈ। ਕ੍ਰੋਧ ਦੇ ਨਾਲ ਭਰੀ ਹੋਈ ਬਾਣੀ ਕਹੀ, ਸ੍ਰੀ ਨਾਨਕ ਪਰਮੇਸ਼ਰ ਰੂਪ। ਹੇ ਗੁਰੂ ਨਾਨਕ ਦੇਵ ਜੀ ਤੂੰ ਪਰਮੇਸ਼ਰ ਰੂਪ ਹੋ ਤੁਸੀਂ। ਕਉ ਖਾਰਾ ਅਬ ਹੋਵੇ ਕੂਪ। ਹੇ ਮਹਾਰਾਜ ਸਾਡੇ ਘਰ ਕੋਈ ਪਾਣੀ ਨਾ ਭਰਨ ਆਵੇ, ਮੇਰਾ ਪੁੱਤਰ ਗੁਲੇਲੇ ਮਾਰ ਕੇ ਘੜੇ ਤਾਂ ਨਹੀਂ ਭੰਨੂਗਾ। ਹੇ ਪਰਮੇਸ਼ਰ ਰੂਪ ਗੁਰੂ ਨਾਨਕ ਦੇਵ ਜੀ ਇਹ ਸਾਡੀ ਖੂਹੀ ਦਾ ਪਾਣੀ ਮਿੱਠਾ ਨਾ ਰਹੇ, ਖਾਰਾ ਹੋ ਜਾਏ। ਨਹਿ ਕੋ ਆਵੇ ਭਰਵੇ ਪਾਣੀ। ਪਾਣੀ ਭਰਨ ਕੋਈ ਆਵੇਗਾ ਹੀ ਨਹੀਂ। ਇਹ ਬੇਨਤੀ ਮਮ ਲੀਜੇ ਮਾਨੀ। ਹੇ ਗੁਰੂ ਨਾਨਕ ਦੇਵ ਜੀ ਮਾਤਾ ਗੁਜਰੀ ਅਰਦਾਸ ਕਰਦੀ ਹੈ, ਮੇਰੀ ਬੇਨਤੀ ਮੰਨ ਲਓ। ਇਮ ਕਹਿ ਤੁਰਕਨ ਨਿਕਟ ਹਕਾਰੀ। ਇਉਂ ਨਾਲੇ ਸਤ ਸੰਗਤ ਜੀ ਅਰਦਾਸ ਕਰਤੀ ਖਾਰਾ ਹੋਣ ਦਾ ਪਾਣੀ। ਨਾਲ ਉਹ ਜਿਹੜੀ ਮਸਲੀ ਦੇ ਲੱਗਿਆ ਸੀ ਗਰੇਲਾ ਉਹ ਕੋਲੇ ਸੱਦੀ। ਦੀਨ ਦਲਾਸਾ ਮਿਰਦੁਲ ਉਚਾਰੀ। ਉਹਨੂੰ ਕੋਮਲ ਬਚਨ ਕਹਿ ਕੇ ਦਲਾਸਾ ਦਿੱਤਾ ਮਾਤਾ ਗੁਜਰੀ ਨੇ। ਪੰਜ ਰਾਜਤਪਨ ਦੈ ਸੋ ਤਾਹੀ। ਧੰਨ ਮਾਤਾ ਜੀ ਦਾ ਸਤ ਸੰਗ ਜੀ ਦਿਆਲੂ ਹਿਰਦਾ 5 ਰੁਪਏ ਦਿੱਤੇ, ਉਦੋਂ 5 ਲੱਖ ਵਰਗੇ ਹੁੰਦੇ ਸੀ, ਸਸਤ ਸੀ। ਪੈਰਨ ਕੋ ਪਟ ਦੇ ਕਰ ਪ੍ਰਾਹੀ। ਨਾਲੇ ਸਤ ਸੰਗ ਜੀ ਪਹਿਨਣ ਨੂੰ ਬਸਤਰ ਦਿੱਤੇ, ਨਾਲੇ 5 ਰੁਪਏ ਦਿੱਤੇ। ਕਿਹਾ ਸਹਿਬਜ਼ਾਦਾ ਅਹੇ ਇਆਨੋ। ਉਸ ਮੁਸਲਮਾਨੀ ਨੂੰ ਮਾਤਾ ਗੁਜਰੀ ਕਹਿੰਦੀ ਮੇਰਾ ਸਾਹਿਬਜ਼ਾਦਾ ਹਲੇ ਛੋਟਾ ਹੈ। ਹੱਥ ਤੇ ਹੁਤੋ ਇਹ ਤਾਕ ਨਿਸ਼ਾਨੋ। ਨਿਸ਼ਾਨਾ ਤੱਕ ਕੇ ਹੋਰ ਪਾਸੇ ਗੁਰੇਲਾ ਮਾਰਦਾ ਸੀ। ਔਚਕ ਤੂੰ ਚੱਲ ਆਏ ਅਗਾਰੀ। ਅਚਨ ਚੇਤੀ ਤੂੰ ਮੂਹਰੇ ਆ ਗਈ। ਜਗੋ ਗਲੇਲਾ ਭਾਲ ਮਝਾਰੀ। ਤੇਰੇ ਮੱਥੇ ਵਿੱਚ ਗਰੇਲਾ ਇਸ ਕਾਰਨ ਕਰਕੇ ਲੱਗਿਆ ਹੈ। ਅਬ ਤੂੰ ਖਿਮਾ ਕਰੋ ਨਹਿ ਜਾਓ। ਮੁਸਲਮਾਨੀ ਨੂੰ ਮਾਤਾ ਗੁਜਰੀ ਕਹਿੰਦੀ ਤੂੰ ਹੁਣ ਖਿਮਾ ਕਰ। ਰਤ ਮਿਸ਼ਟਾਨ ਖਾਓ ਘਰ ਮਾਹੋ। ਜਾ ਘਰ ਜਾ ਕੇ ਖੰਡ ਘਿਓ ਖਾਈ ਤੇ ਇਹਦੇ ਤੇ ਮਰਲਮ ਪੱਟੀ ਕਰ ਲੈ। ਅਪਰ ਖਬਰ ਤੇਰੀ ਹਮ ਲਹੇ। ਜੇ ਹੋਰ ਤਕਲੀਫ ਹੋਊ ਤਾਂ ਮੈਨੂੰ ਦੱਸਦੀ, ਤੇਰੀ ਖਬਰਸਾਰ ਲੈਂਦੇ ਰਹਾਂਗੇ। ਮਾਤਾ ਗੁਜਰੀ ਲੱਗੀ ਕਹਿਣ, ਜਬ ਲੋ ਕਾਵ ਭਾਲ ਮੈਂ ਰਹੇ। ਜਿੰਨਾ ਚਿਰ ਤੇਰੇ ਮੱਥੇ ਵਿੱਚ ਜ਼ਖਮ ਰਹੇਗਾ ਮੈਂ ਖਿਆਲ ਰੱਖਾਂਗੀ। ਮਾਤਾ ਗੁਜਰੀ ਕਹਿੰਦੀ ਦੇਖ ਲੋਭ ਕੋ ਤੂੰ ਛਨ ਠਾਨੀ। ਲੋਭ ਸਤ ਸੰਗਤ ਜੀ ਸਾਰਿਆਂ ਨੂੰ ਚੁੱਪ ਕਰਾ ਦਿੰਦਾ ਹੈ। ਉਸੇ ਵੇਲੇ ਸਤ ਸੰਗਤ ਜੀ ਗਰਮੈਸ਼ ਚੱਕੀ ਗਈ ਇਹਦੀ ਕ੍ਰੋਧ ਆਲੀ ਮੁਸਲਮਾਨੀ ਦੀ। 5 ਰੁਪਏ ਚੁੱਪ ਕਰਕੇ ਲੈ ਲੈ, ਨਾਲੇ ਬਸਤਰ ਲੈ ਲੈ। ਗਮਨੀ ਆਪਣੇ ਘਰ ਤੁਰਕਾਨੀ। ਤੁਰਕਾਣੀ ਆਪਣੇ ਘਰ ਚਲੀ ਗਈ। ਸਭ ਤੇ ਪਇਓ ਕੂਪ ਸੋ ਖਾਰਾ। ਉਸ ਦਿਨ ਤੋਂ ਸਤ ਸੰਗਤ ਜੀ ਖੂਹ ਦਾ ਪਾਣੀ ਖਾਰਾ ਹੈ ਉਸਦਾ। ਔਰ ਪਟਨਾ ਜਾਣਤ ਹੈ ਸਾਰਾ। ਸਾਰਾ ਸ਼ਹਿਰ ਪਟਨਾ ਸਾਹਿਬ ਜਾਣਦਾ ਹੈ ਕਿ ਉਸ ਖੂਹੀ ਦਾ ਪਾਣੀ ਖਾਰਾ ਹੈ। ਚਾਰ ਕਟੀ ਲਗ ਅੰਤਰ ਥਿਰੇ। ਸੱਚੇ ਪਾਤਸ਼ਾਹ 4 ਘੜੀਆਂ ਵੀ ਮਾਤਾ ਹਲੇ ਕ੍ਰੋਧ ਢੈੜਾ ਹੋ ਜਾਵੇ ਤਾਂ ਫੇਰ ਹੀ ਉਤਰਾਂਗੇ ਚਵਾਰੇ ਚੋਂ।
ਵਿੱਚ ਬੈਠੇ ਰਹੇ ਚਵਾਰੇ ਦੇ। ਦਵਾਰ ਕਵਾਰ ਉਘਾਰਨ ਕਰੇ, ਹੌਲੀ ਜਿਹੇ ਇੱਧਰ ਉੱਧਰ ਦੇਖ ਕੇ ਕੁੰਡਾ ਖੋਲਿਆ ਦਰਵਾਜ਼ਾ। ਨਹੀਂ ਬੈਠ ਰਹੇ ਸੁਖ ਸਾਗਰ, ਫੇਰ ਵੀ ਮਹਾਰਾਜ ਉਤਰੇ ਨਹੀਂ, ਸੁਖਾਂ ਦੇ ਸਮੁੰਦਰ ਹਨ, ਮੌਜ ਨਾਲ ਚਵਾਰੇ 'ਚ ਹੀ ਬੈਠੇ ਨੇ। ਸੂਚਨ ਠਾਨ ਕਾਕੀ ਨਾਗਰ, ਆਪ ਚਤੁਰ ਹਨ ਅੰਤਰਜਾਮੀ ਨੇ, ਚੁੱਪ ਧਾਰੀ ਬੈਠੇ ਨੇ। ਸਾਸ ਨਿਕਟ ਗੁਜਰੀ ਪਰ ਪਛਤਾਵਤ, ਮਾਤਾ ਗੁਜਰੀ ਨੇ ਘੂਰਤਾ ਦਿੱਤਾ ਮਹਾਰਾਜ ਜੀ ਨੂੰ, ਪਰ ਮਾਤਾ ਨਾਨਕੀ ਆਪਣੀ ਸੱਸ ਕੋਲੇ ਪਛਤਾਉਂਦੀ ਐ। ਸਕਲ ਵਾਰਤਾ ਆਦ ਪਤਾਵਤ, ਸਾਰੀ ਪਹਿਲੀ ਵਾਰਤਾ ਦੱਸ ਰਹੀ ਹੈ ਮਾਤਾ ਗੁਜਰੀ। ਉਹ ਪ੍ਰਭ ਸੁਤ ਕੀ ਕਹਿਤ ਬੜਾਈ, ਉਹ ਪ੍ਰਤ ਸੁਤ ਕੀ ਕਹਿਤ ਬੜਾਈ। ਪਤੀ ਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਂ ਨਹੀਂ ਨਾ ਲੈਂਦੀ। ਅੱਜ ਕੱਲ ਤਾਂ ਮਾਈਆਂ ਪਟਕ ਦੇਣੇ ਪਤੀ ਦਾ ਨਾਂ ਲੈ ਦਿੰਦੀਆਂ, ਫਲਾਣਾ ਤੇ ਬੜਾ ਸਿੰਘ ਵੀ ਨਹੀਂ ਨਾਂ ਲੈਂਦੀਆਂ ਨਾਲ। ਅੱਜ ਮਾਤਾ ਗੁਜਰੀ ਸਤ ਸੰਗ ਜੀ ਮਾਤਾ ਨਾਨਕੀ ਜੀ ਨੂੰ ਕਹਿ ਰਹੀ ਹੈ ਕਿ ਪਤੀ ਦੇਵ ਸਤਿਗੁਰੂ ਜੀ ਤੇਰੇ ਪੁੱਤਰ ਹਨ ਜੋ ਮਾਤਾ ਜੀ, ਉਹ ਮੇਰੇ ਕੋਲੇ ਮੇਰੇ ਪੁੱਤਰ ਦੀ ਵਡਿਆਈ ਬਹੁਤ ਕਰਦੇ ਸੀ। ਇਨ ਪ੍ਰਤਕੂਲ ਨ ਕਰ ਵਿਦਕਾਈ, ਨਾਲੇ ਮੈਨੂੰ ਕਹਿ ਕੇ ਗਏ ਨੇ ਪੱਕਾ ਬਚਨ ਕਿ ਇਹਨਾਂ ਦੇ ਕਦੇ ਤੂੰ ਉਲਟ ਨਾ ਹੋਈ, ਇਹਨਾਂ ਨੂੰ ਪੁੱਤਰ ਨਾ ਸਮਝੀ, ਇਹ ਪਰਮੇਸ਼ਰ ਰੂਪ ਹਨ। ਆਜ ਕਰੋ ਤੇ ਕਹਿਦਰ ਬਾਣੀ, ਅੱਜ ਮੇਰੇ ਕੋਲੋਂ ਕ੍ਰੋਧ ਨਾਲ ਫਿੱਕੇ ਬਚਨ ਕਹੇ ਗਏ। ਮਾਤਾ ਨਾਨਕੀ ਦੇ ਕੋਲੇ ਪਛਤਾਵਾ ਕਰ ਰਹੀ ਆ ਮਾਤਾ ਗੁਜਰੀ। ਤਿੱਖੀ ਚੋਟ ਲਾਗੀ ਤੁਰਕਾਨੀ, ਮੈਂ ਤਾਂ ਕਹਿ ਬੈਠੀ ਇਹ ਮਾਤਾ ਨਾਨਕੀ ਨੂੰ ਕਹਿੰਦੀ ਆ ਮਾਤਾ ਗੁਜਰੀ ਕਿ ਮੈਂ ਤੁਰਕਾਣੀ ਦੇ ਮੱਥੇ 'ਚ ਚੋਟ ਲੱਗੀ ਦੇਖ ਲਈ, ਮੇਰੇ ਕੋਲੋਂ ਸਹਾਰਿਆ ਨਾ ਗਿਆ ਉਹਦਾ ਦਰਦ, ਤਾਂ ਮੈਂ ਪੁੱਤਰ ਨੂੰ ਘੂਰ ਬੈਠੀ। ਕਰੋ ਕਹਾਂ ਮੈਂ ਲਖ ਉਤਪਾਤਾ, ਮੈਂ ਕੀ ਕਰਾਂ ਮਾਤਾ ਨਾਨਕੀ ਨੂੰ ਮਾਤਾ ਗੁਜਰੀ ਕਹਿੰਦੀ, ਮੈਂ ਤਾਂ ਉਪੱਦਰ ਦੇਖਦੀਆਂ ਕਰਦੇ ਨੂੰ। ਛਟ ਪਰ ਕਰਤ ਗਲੇ ਲੈਣ ਕਾਤਾ, ਛੇਤੀ ਦੇਣ ਗੁਲੇਲੇ ਮਾਰਦਾ ਹੈ ਇਹ। ਸੰਤ ਨਾਨਕੀ ਤੇ ਸਮਝਾਵੇ, ਮਾਤਾ ਨਾਨਕੀ ਉਸ ਵੇਲੇ ਸੁਣ ਕੇ ਲੱਗੀ ਸਮਝਾਉਣ। ਜੋਦਾ ਬਣੇ ਬਹਿਸ ਤਰਨਾਵੇ, ਮਾਤਾ ਨਾਨਕੀ ਸੱਸ ਨਾਲ ਦੋਨੋਂ ਬਾਤਾਂ ਕਰ ਰਹੀਆਂ ਹਨ। ਮਾਤਾ ਨਾਨਕੀ ਸੱਸ ਸੰਗੀ ਗੁਜਰੀ ਨੂੰ ਕਹਿਣ ਲੱਗੀ ਇਹ ਜੋਧੇ ਬਣਨਗੇ, ਅਜਾਨ ਬਾ ਹੋਣਗੇ ਜੋ ਬੜੇ ਭਾਰੀ। ਮੈਂ ਬੋਲੋ ਦੁਰ ਬੈਨ ਕਦਾਈ, ਇਹਨਾਂ ਨੂੰ ਅੱਗੇ ਵਾਸਤੇ ਕਦੇ ਫਿੱਕੇ ਬਚਨ ਨਹੀਂ ਕਹਿਣੇ, ਕਦੇ ਵੀ ਝੜਕਣਾ ਨਹੀਂ। ਬਾਲ ਆਰ ਬਲ ਮੈਂ ਚਪਲਾਈ, ਬਾਲਕ ਵਾਸਤਾ ਚੰਚਲਤਾ ਹੀ ਕੁਦਰਤੀ ਹੋਇਆ ਕਰਦੀ ਹੈ। ਮੈਂ ਅਬ ਜੈ ਹੋ ਆਨੋ ਪਾਸ, ਮਾਤਾ ਸਤ ਸੰਗ ਜੀ ਬਿਰਧ ਹੈ ਨਾਨਕੀ, ਉੱਠੀ ਹੌਲੀ ਜਨ ਸੋਟੀ ਲੈ ਕੇ ਕਹਿੰਦੀ ਪੌੜੀ ਚੜ ਕੇ ਮੈਂ ਜਾਨੀ ਆ ਦਿਉਨੀ ਆ ਉਤੋਂ ਚਵਾਰੇ ਵਿੱਚੋਂ। ਜਿਉ ਦਲਾਸਾ ਮਿਰਦਲ ਪ੍ਰਕਾਸ਼, ਬਹੁਤੇ ਕੋਮਲ ਬਚਨ ਕਹਿ ਕੇ ਦਲਾਸਾ ਦੇ ਕੇ ਲਿਆਉਣੀ ਆ ਪਲੋਸ ਕੇ। ਕਹਿ ਬ੍ਰਿਧਾ ਮਹਾ ਉੱਠ ਕਰਕੇ, ਕਿਉਂ ਕਰਕੇ ਜਿਹੜੀ ਬੜੀ ਭਾਰੀ ਬਿਰਧ ਅਵਸਥਾ ਵਾਲੀ ਮਾਤਾ ਨਾਨਕੀ ਸਤ ਸੰਗੀ ਛੇਵੇਂ ਪਾਤਸ਼ਾਹ ਦੇ ਮਹਿਲ ਹਨ। ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਲੱਗਦੇ ਨੇ, ਉੱਠੇ ਹੌਲੀ ਦੇਣੇ। ਸਨੇ ਸਨੇ ਮੰਦਰ ਪਰ ਚੜ ਕੇ, ਹੌਲੀ ਹੌਲੀ ਸਤ ਸੰਗ ਜੀ ਮਹਿਲਾਂ ਤੇ ਚੜ ਗਈ ਮਾਤਾ ਨਾਨਕੀ। ਬਹੁਤ ਪੋਤਰਾ ਦੇਖ ਪ੍ਰੇਮ ਬਹੁਤ ਹਾਰਾ, ਅੱਗੇ ਦੇਖ ਕੇ ਚਵਾਰੇ 'ਚ ਬੈਠੇ ਗੁਰੂ ਗੋਬਿੰਦ ਸਿੰਘ ਸਾਹਿਬ ਪੋਤਰੇ ਨੂੰ ਬਹੁਤ ਪ੍ਰੇਮ ਕੀਤਾ। ਕਈ ਬਾਉ ਨਿਜ ਅੰਕ ਬਿਠਾਰਾ, ਨੇੜੇ ਹੋ ਕੇ ਸਤ ਸੰਗ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਹ ਪਕੜ ਲਈ। ਬਾਹ ਪਕੜ ਕੇ ਆਪ ਹੌਲੀ ਦੇਣੇ ਬੈਠ ਗਈ, ਗੋਦ ਵਿੱਚ ਬਹਾ ਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਾਤਾ ਨਾਨਕੀ ਨੇ। ਮੁਖ ਪਰ ਕਰ ਫੇਰਤ ਦ੍ਰਿਗ ਹੇਰਤ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਿਹਰੇ ਦੇ ਉੱਤੇ, ਅੱਖਾਂ ਦੇ ਉੱਤੇ, ਸੀਸ ਦੇ ਉੱਤੇ ਹੱਥ ਫੇਰਦੀ ਹੈ। ਚਲੋ ਤਰੇ ਕੋ ਕਹਿ ਕਹਿ ਪ੍ਰੇਰਤ, ਨਾਲੇ ਕਹਿੰਦੀ ਇਹ ਪਿਆਰੇ ਪੋਤਰੇ ਚੱਲ ਥੱਲੇ ਚਵਾਰੇ ਚੋਂ ਨਿਕਲ ਕੇ ਆਪਾਂ ਥੱਲੇ ਚੱਲੀਏ। ਕਹਿਤ ਉਠਾਇਓ ਅੰਕ ਮਝਾਰੀ, ਚਾਹੁੰਦੀ ਹੈ ਆਪਣੀ ਗੋਦ ਵਿੱਚੋਂ ਉਠਾਉਣਾ। ਨਹਿਨ ਉਠਾਇਓ ਜਾਏ ਸੋ ਭਾਰੀ, ਸਤ ਸੰਗਤ ਜੀ ਐਸੇ ਸੱਚੇ ਪਾਤਸ਼ਾਹ ਸਾਰੀ ਸੇਠੀ ਦਾ ਭਾਰ ਚੱਕਣ ਵਾਲੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਬੜੇ ਭਾਰੀ ਸਤ ਸੰਗਤ ਜੀ, ਉਹਨਾਂ ਨੂੰ ਕੌਣ ਉਠਾ ਸਕਦਾ ਸੀ? ਮਾਤਾ ਤੋਂ ਚੱਕੇ ਨਹੀਂ ਜਾਂਦੇ। ਇੱਕ ਤਾਂ ਬ੍ਰਿਧ ਸਰੀਰ ਬਹੁ ਭਇਓ, ਇੱਕ ਤਾਂ ਬਹੁਤ ਮਾਤਾ ਜੀ ਦਾ ਬਿਰਧ ਸਰੀਰ ਹੈ, ਇਹ ਭਾਰ ਗੁਰੂ ਬਹੁ ਕਈਓ। ਦੂਜਾ ਸਤਿਗੁਰਾਂ ਨੇ ਜਾਣ ਕੇ ਭਾਰ ਵਧਾ ਲਿਆ। ਸਤ ਸੰਗਤ ਜੀ ਆਪ ਜੀ ਮੌਜ ਦੇ ਮਾਲਕ ਨੇ। ਅੱਗੇ ਵੀ ਪ੍ਰਸੰਗ ਆਵੇਗਾ। ਪ੍ਰਸਾਦੀ ਹਾਥੀ ਰਤਨ ਰਾਏ ਜਦੋਂ ਅਸਾਮ ਵਾਲਾ ਰਾਜਾ ਦੇ ਕੇ ਗਿਆ ਅਨੰਦਪੁਰ ਸਾਹਿਬ ਭੇਟਾ, ਸਤਿਗੁਰੂ ਜੀ ਸਤ ਸੰਗੀ ਹਾਥੀ ਤੇ ਚੜਿਆ ਕਰਦੇ। ਇੱਕ ਦਿਨ ਸਤ ਸੰਗੀ ਤਿਆਰ ਹੋਏ ਉੱਤੇ ਹੌਦੇ ਦੇ ਚੜ੍ਹਨ ਵਾਸਤੇ, ਕਹਿੰਦੇ ਪੌੜੀ ਲਿਆਓ ਭਾਈ, ਹਾਥੀ ਤੇ ਚੜ੍ਹਨਾ ਹੈ। ਬਾਬਾ ਰਾਮ ਕੌਰ ਜੀ ਬਾਬਾ ਬੁੱਢਾ ਜੀ ਦੀ ਸਤ ਸੰਗ ਦੀ ਪੀੜ੍ਹੀ ਵਿੱਚੋਂ ਕੋਲੇ ਖੜੇ ਸੀ। ਸੋਚਿਆ ਵੀ ਮਹਾਰਾਜ ਦਾ ਹੌਲਾ ਜਿਹਾ ਸਰੀਰ ਹੈ,
ਮੋਢਾ ਕੋਲੇ ਕਰਤਾ, ਕਹਿੰਦਾ ਜੀ ਮੇਰੇ ਮੋਢੇ ਤੇ ਹੱਥ ਰੱਖ ਕੇ ਮਾਰ ਕੇ ਛਾਲ ਚੜ੍ਹ ਜਾਓ। ਕਹਿੰਦੇ ਚੰਗਾ ਭਾਈ ਰਾਮ ਕੌਰ ਜੀ ਹੋਵੋ ਤਾਂ ਨੇੜੇ। ਜਦੋਂ ਸਤ ਸੰਗੀ ਇੱਕ ਹੱਥ ਮੋਢੇ ਤੇ ਰੱਖਿਆ, ਇੱਕ ਹੱਥ ਪਾਇਆ, ਹਾਥੀ ਨੂੰ ਮਾਰਨ ਲੱਗੇ ਛਾਲ ਤਾਹਾਂ ਨੂੰ, ਸਾਰੀ ਤਰਲੋਕੀ ਦਾ ਭਾਰ ਦੇ ਦਿੱਤਾ ਸਤ ਸੰਗਤ ਜੀ ਇਹਦੇ ਭਾਈ ਰਾਮ ਕੌਰ ਜੀ ਦੇ ਮੋਢੇ ਤੇ। ਕੰਬਣ ਲੱਗ ਗਿਆ, ਛੇਤੀ ਦੇ ਨਾਲ ਚਰਨ ਪਕੜ ਲੇ, ਕਹਿੰਦਾ ਮਹਾਰਾਜ ਬਖਸ਼ ਲਓ, ਮੈਂ ਭੁਲੇਖੇ ਨਾਲ ਤੁਹਾਨੂੰ ਹੌਲਾ ਸਮਝ ਬੈਠਾ। ਜਦੋਂ ਚਰਨ ਪਕੜੇ ਉਸੇ ਵੇਲੇ ਮਹਾਰਾਜ ਛੇਤੀ ਦੇ ਨਾਲ ਛਾਲ ਮਾਰ ਕੇ ਹਾਥੀ ਤੇ ਚੜ੍ਹ ਗਏ ਸੀ। ਅੱਜ ਸੱਚੇ ਪਾਤਸ਼ਾਹ ਸਤ ਸੰਗਤ ਜੀ ਨੇਚਾ ਕਰਾਉਂਦੇ ਨੇ ਆਪਣੀ ਦਾਦੀ ਨੂੰ ਕਿ ਸਾਨੂੰ ਛੋਟੇ ਜਿਹੇ ਬਾਲਕ ਨਾ ਸਮਝਣੀ ਕਿ ਤੇਰੇ ਛੋਟਾ ਜਿਹਾ ਹੀ ਭਾਰ ਹੈ। ਆਪ ਜੀ ਨਿਗਰ ਹੋ ਗਏ, ਮਾਤਾ ਤੋਂ ਚੱਕੇ ਨਹੀਂ ਜਾਂਦੇ। ਨਿਰਦਲ ਪੰਥ ਗਏ ਪੂਜਾ ਖਰੇ ਕਰ। ਉਸ ਵੇਲੇ ਕੋਮਲ ਬਚਨ ਕਹਿ ਕੇ ਸਤ ਸੰਗਤ ਜੀ ਬਾਹੋਂ ਪਕੜ ਕੇ ਖੜੇ ਕਰ ਲਏ। ਸਣੇ ਸਣੇ ਲੈ ਆਵਤ ਭੀਤਰ। ਹੌਲੀ ਹੌਲੀ ਜਿਵੇਂ ਬੱਚੇ ਨੂੰ ਵਡਿਆਈ ਦਾ ਐ ਬਚਨ ਕਹਿ ਕੇ ਥੱਲੇ ਲੈ ਆਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ। ਮਦਰ ਬਾਗ ਪੁਨ ਗੁਜਰੀ ਕਹੇ। ਮਾਤਾ ਗੁਜਰੀ ਨੇ ਬੜੇ ਪਿਆਰ ਵਾਲੇ ਬਚਨ ਕਹੇ ਥੱਲੇ ਆਇਆਂ ਨੂੰ। ਤੁਰਕ ਰਾਜ ਤੈਂ ਕਿਉਂ ਨਹੀਂ ਲਹੇ। ਇਹ ਪਿਆਰੇ ਪੁੱਤਰ ਤੈਨੂੰ ਪਤਾ ਤੁਰਕਾਂ ਦਾ ਰਾਜ ਹੈ, ਤੈਨੂੰ ਕਿਉਂ ਨਹੀਂ ਸੋਝੀ ਹੈ। ਆਪਣੇ ਅੰਕ ਵਿਖੇ ਬੈਠਾਏ। ਮਾਤਾ ਗੁਜਰੀ ਨੇ ਆਪਣੇ ਗੋਦ ਵਿੱਚ ਬਹਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਕਰੇ ਪ੍ਰਸੰਨ ਭਲੇ ਪਰਚਾਏ। ਪਰਚਾ ਕਰਕੇ ਜਿਵੇਂ ਬਾਲਕਾਂ ਨੂੰ ਪਰਚਾਈ ਦਾ ਖੁਸ਼ ਕੀਤੇ। ਇਤਨੇ ਮਹਿ ਪਾ ਤਿਆਰ ਆਹਾਰ। ਜਦ ਨੂੰ ਭੋਜਨ ਤਿਆਰ ਹੋ ਗਿਆ, ਰੂਪਕਾਰ ਆਨਿਓ ਧਰਬਾ ਥਾਰ। ਲਾਂਗਰੀ ਨੇ ਥਾਲ ਵਿੱਚ ਪਰੋਸ ਕੇ ਭੋਜਨ ਲਿਆਉਂਦਾ। ਕਹਿਤ ਬਚਨ ਗੁਰ ਦਿਸ ਕੇ ਭਏ। ਉਸ ਵੇਲੇ ਸਤ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੱਖ ਦੇ ਬਚਨ ਕਹਿ ਰਹੇ ਸੀ। ਕੀਤਕ ਕਾਲ ਪਿਤਿਓ ਚਲ ਗਏ। ਕੀ ਬਚਨ ਕਰ ਰਹੇ ਸੀ, ਕਿਤਨਾ ਸਮਾਂ ਬਤੀਤ ਹੋ ਗਿਆ ਪੰਜਾਬ ਗਿਆਂ ਨੂੰ ਗੁਰੂ ਤੇਗ ਬਹਾਦਰ ਜੀ ਨੂੰ। ਨੇ ਸੁਧ ਕੀਨ ਪਠਾਵਨ ਕੋਈ। ਕਿਹਾ ਸੀ ਚਿੱਠੀ ਪਾਵਾਂਗੇ, ਸੁਨੇਹਾ ਭੇਜਾਂਗੇ, ਕੋਈ ਖਬਰ ਨਹੀਂ ਭੇਜੀ ਹੁਣ ਤੱਕ ਪਟਨੇ ਸਾਹਿਬ। ਆਨੰਦਪੁਰ ਪਹੁੰਚੇ ਨੇ ਸੋਈ। ਇਹ ਪਤਾ ਨਹੀਂ ਸ਼ਾਇਦ ਆਨੰਦਪੁਰ ਸਾਹਿਬ ਹਲੇ ਪਹੁੰਚੇ ਹੀ ਨਹੀਂ ਹੋਣੇ। ਇਸੀ ਥਾਂ ਸੰਗਤ ਅਟਕਾਏ। ਰਾਹ ਵਿੱਚ ਕਿਸੇ ਸੰਗਤ ਨੇ ਅਟਕਾ ਲਏ ਹੋਣਗੇ। ਐ ਸਤ ਸੰਗਤ ਜੀ ਮਾਤਾ ਨਾਨਕੀ, ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਜੀ, ਨਾਲੇ ਸਤ ਸੰਗੀ ਸਿੱਖ ਸੇਵਕ ਬੈਠੇ ਐ। ਭੋਜਨ ਤਿਆਰ ਹੋਇਆ ਹੈ, ਛਕਣ ਦਾ ਟਾਈਮ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਲਕ ਅਵਸਥਾ 'ਚ ਕੋਲੇ ਬੈਠੇ ਨੇ। ਸਾਰਾ ਪਰਿਵਾਰ ਬੈਠਾ ਇਹ ਵਿਚਾਰ ਰਿਹਾ ਕਿ ਗੁਰੂ ਤੇਗ ਬਹਾਦਰ ਜੀ ਬਹੁਤ ਦੇਰ ਦੇ ਗਏ ਹੋਏ ਨੇ, ਚਿੱਠੀ ਨਹੀਂ ਆਈ, ਕੋਈ ਸੁਨੇਹਾ ਨਹੀਂ ਆਇਆ। ਪਤਾ ਨਹੀਂ ਪਹੁੰਚੇ ਨੇ ਅਨੰਦਪੁਰ ਸਾਹਿਬ ਜਾਂ ਨਹੀਂ, ਸ਼ਾਇਦ ਰਾਜ ਸੇਵਕਾਂ ਨੇ ਹਲੇ ਅਟਕਾ ਲਏ। ਪਾਉ ਬਲੋਕ ਥਰੇ ਲਖ ਪਾਏ। ਪ੍ਰੇਮ ਦੇਖ ਕੇ ਸੇਵਕਾਂ ਦਾ ਰਾਹ ਵਿੱਚ ਕਿਤੇ ਅਟਕ ਗਏ ਹੋਣਗੇ। ਯਾਦ ਕਹਿ ਕਰ ਹਰ ਖਾਏ। ਐਸੇ ਬਚਨ ਕਰਕੇ ਸਾਰਾ ਪਰਿਵਾਰ ਖੁਸ਼ ਹੋ ਰਿਹਾ ਸੀ। ਭੋਜਨ ਕੋ ਕਰਾਏ ਤ੍ਰਿਪਤਾਏ। ਜਦ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੋਜਨ ਛਕਾ ਕੇ ਤ੍ਰਿਪਤ ਕੀਤਾ। ਸੁਣ ਕੇ ਕਹਿਤ ਨਾ ਹਮ ਇਤੇ ਰਹੇ। ਭੋਜਨ ਛਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਤਾ ਨੂੰ ਕਹਿੰਦੇ, ਮਾਤਾ ਜੀ ਆਪਾਂ ਨਹੀਂ ਪਟਨੇ ਸਾਹਿਬ ਰਹਿਣਾ, ਆਪਣੇ ਦੇਸ਼ ਪਿਆਨੋ ਚਾਹੇ। ਮੈਂ ਵੀ ਚਾਹੁੰਦਾ ਆਪਣੇ ਦੇਸ਼ ਨੂੰ ਜਾਣਾ, ਪੰਜਾਬ ਨੂੰ। ਪਿਤਾ ਸਮੀਪ ਥਰੇਂਗੇ ਜਾਏ। ਉੱਥੇ ਪਿਤਾ ਜੀ ਕੋਲੇ ਜਾ ਕੇ ਬੈਠਾਂਗੇ। ਵੇਖ ਪੰਜਾਬ ਆਨੰਦਪੁਰ ਥਾਏ। ਪੰਜਾਬ ਦੇ ਵਿੱਚ ਆਨੰਦਪੁਰ ਸਾਹਿਬ ਜਿਹੜਾ ਨਗਰ ਪਿਤਾ ਜੀ ਨੇ ਵਸਾਇਆ, ਮੈਂ ਉਹਨੂੰ ਦੇਖਣ ਦਾ ਮੈਨੂੰ ਚਾਅ ਹੈ। ਕੀ ਪਤਾ ਸਤ ਸੰਗਤ ਜੀ ਬੈਠਣ ਦਾ ਸਮਾਂ ਹੀ ਨਹੀਂ ਮਿਲਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲਾਂ ਹੀ ਸ਼ਹੀਦੀ ਪਾ ਲੈਣੀ ਹੈ। ਸੁਣ ਕੇ ਮਾਤਾ ਗੁਜਰੀ ਬੈਨ। ਮਾਤਾ ਗੁਜਰੀ ਜੀ ਨੇ ਨੰਨੇ ਬਚਨ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੋਤਲੇ। ਚਹਿਤ ਹਿਰਦੇ ਕਿਮ ਗਮਨੇ ਹੈ ਨਾ। ਚਾਹੁੰਦੀ ਹੈ ਮਾਤਾ ਹਿਰਦੇ ਚੋਂ ਕਿ ਇਹ ਜੇ ਨਾ ਜਾਣ ਪੰਜਾਬ ਤਾਂ ਠੀਕ ਹੈ, ਪਟਨੇ ਸਾਹਿਬ ਹੀ ਰਹੀਏ ਤਾਂ ਠੀਕ ਹੈ। ਇਹ ਸਤ ਦੇਸ਼ ਭਲੋ ਇਹ ਮਾਨੋ। ਕਹਿਣ ਲੱਗੀ ਮਾਤਾ ਗੁਜਰੀ, ਹੇ ਪਿਆਰੇ ਸੁਪੁੱਤਰ, ਪਟਨਾ ਸਾਹਿਬ ਇਹ ਬਿਹਾਰ ਦਾ ਇਲਾਕਾ, ਗੰਗਾ ਜੀ ਦਾ ਕਿਨਾਰਾ, ਕੀ ਸੋਹਣਾ ਸੁਹਾਵਣੀ ਧਰਤੀ ਹੈ, ਬਹੁਤ ਹੀ ਸੋਹਣਾ ਦੇਸ਼ ਹੈ ਇਹ। ਨੇਕ ਰੀਤ ਕੇ ਸੁਖ ਪਹਿਚਾਨੋ। ਦੇਖ ਪਛਾਣ ਰੇਖਾਂ ਢੰਗਾਂ ਦੇ ਸੁਖ ਹਨ ਇੱਥੇ। ਜਵੇ ਪਿਤਾ ਤੁਮਰੇ ਪੁਰ ਜੈ ਹੈ। ਜਦੋਂ ਤੇਰੇ ਪਿਤਾ ਜੀ ਅਨੰਦਪੁਰ ਸਾਹਿਬ ਪਹੁੰਚਣਗੇ, ਦੇਸ਼ ਨਰਨ ਕੋ ਉਰ ਪਰਖੇ ਹੈ। ਉਸ ਪੰਜਾਬ ਦੇਸ਼ ਦੇ ਲੋਕਾਂ ਨੂੰ ਪਰਖਣਗੇ ਜਿਹੜੇ ਖੂਨ ਦੇ ਪਿਆਸੇ ਨੇ, ਜਿਹੜੇ ਈਰਖਾਲੂ ਨੇ, ਧੀਰਮਲ ਵਰਗੇ ਗੱਦੀਆਂ ਲਾਈ ਬੈਠੇ ਨੇ, ਸੀਹੇ ਮਸੰਦ ਵਰਗੇ ਗੋਲੀਆਂ ਚਲਾਉਣ ਵਾਲੇ, ਜਿਹੜੇ ਇਸੇ ਤਰ੍ਹਾਂ ਬੇਅੰਤ ਜਿਹੜੇ ਈਰਖਾ ਕਰਦੇ ਨੇ, ਉਹਨਾਂ ਨੂੰ ਪਰਖਣਗੇ ਰਾਮ ਰਾਏ ਵਰਗਿਆਂ ਨੂੰ। ਜੇ ਨਹੀਂ ਈਰਖਾ ਕਰਦੇ ਤਾਂ ਆਪਾਂ ਚਲੇ ਚੱਲਾਂਗੇ,
ਜੇ ਈਰਖਾ ਕਰਦੇ ਆ ਤਾਂ ਉੱਥੇ ਕੀ ਜਾਣਾ ਹੈ। ਦਾਵੇ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਕ, ਜੋ ਜਨ ਨਿਰਦਾਵੈ ਰਹਿ ਸੋ ਗਨੈ ਇੰਦਰ ਸੋ ਰੰਗ। ਕਬੀਰ ਸਾਹਿਬ ਨੇ ਕਿਹਾ ਭਾਈ ਜੇ ਮੇਰ ਕਰੀਏ ਨਾ, ਜਿੱਥੇ ਮੇਰ ਕਰਦੀ ਉੱਥੇ ਹੀ ਹਿਰਦਾ ਸੜਨ ਲੱਗ ਜਾਵੇ। ਜਿਹੜੀ ਵਸਤੂ ਤੇ ਮੇਰ ਕਰਾਂਗੇ, ਧਰਤੀ ਤੇ ਕਰ ਲੋ, ਘਰ ਤੇ ਕਰ ਲੋ, ਬਸਤਰ ਤੇ ਕਰ ਲੋ, ਕਿਸੇ ਵਸਤੂ ਤੋਂ ਕਰ ਲੋ, ਜਦੋਂ ਉਹਨੂੰ ਕੋਈ ਛੇੜੂਗਾ ਨਾ ਆਪਣਾ ਹਿਰਦਾ ਜਦੋਂ ਹੀ ਸੜਨਾ ਡਟ ਪੈਣਾ, ਜਦੋਂ ਹੀ ਆਪਾਂ ਜਦੋਂ ਹੀ ਬਿਰਤੀ ਤੀਕਸ਼ਣ ਹੋ ਜਾਣੀ ਆ ਕ੍ਰੋਧ ਦੇ ਸਹਿਤ, ਜਦੋਂ ਹੀ ਸਤ ਸੰਗਤ ਜੀ ਕਲੇਸ਼ ਗੜ ਚ ਪੈ ਜਾਏ। ਸੋ ਜੋ ਜਨ ਨਿਰਦਾਵੈ ਰਹਿ, ਕਬੀਰ ਧਰਤੀ ਸਾਧਕੀ ਤਸਕਰ ਵੈਸੇ ਗਾਹੇ, ਧਰਤੀ ਭਾਰ ਨਾ ਵਿਆਪੀ ਉਨਕੋ ਲਾਹੂ ਲਾਹੇ। ਧਰਤੀ ਤਾਂ ਸਾਧਾਂ ਦੀ ਸੀ, ਸਤਸੰਗੀ ਸਾਧਾਂ ਵਾਸਤੇ ਬਣਾਈ ਸੀ ਪਰਮੇਸ਼ਰ ਨੇ, ਭਜਨ ਕਰਨ ਵਾਸਤੇ। ਤਸਕਰ ਚੋਰ ਰਾਜੇ ਸਤਸੰਗੀ ਦਬਾ ਕੇ ਬੈਠ ਗਏ, ਲੇਕਿਨ ਰਾਜੇ ਦੁਖੀ ਹੋ ਰਹੇ ਨੇ, ਜਿਹੜੇ ਮੇਰਾ ਕਰਦੇ ਲੜ ਲੜ ਕੇ ਮਰਦੇ ਨੇ। ਸਾਧੂਆਂ ਦਾ ਕੀ ਵਿਗੜਿਆ, ਉਹਨਾਂ ਨੂੰ ਲਾਹਾ ਹੀ ਲਾਹਾ, ਸਤਸੰਗੀ ਨਿਰਲੇਪ ਰਹਿੰਦੇ ਨੇ। ਧਰਤੀ ਤੰਗ ਨਹੀਂ, ਸਾਧ ਨੰਗ ਨਹੀਂ, ਸਦਾ ਹੀ ਆਨੰਦ ਹੀ ਆਨੰਦ ਹੈ। ਇਸ ਕਰਕੇ ਸਤ ਸੰਗਤ ਜੀ ਜਿੱਥੇ ਮੇਰ ਕਰੀਏ ਉੱਥੇ ਅਨੇਕਾਂ ਲੋਕ ਸਤਿ ਈਰਖਾ ਕਰਦੇ ਨੇ। ਜਿੱਥੇ ਕਿਤੇ ਈਰਖਾ ਚੱਲੇ ਉੱਥੋਂ ਸਾਧੂ ਦਾ ਸੁਭਾਅ 12 ਕੋ ਗਾਹਾਂ ਹੋ ਜਾਂਦਾ। ਜੇ ਉੱਥੇ ਕੋਈ 4 ਦਿਨ ਈਰਖਾ ਕਰੇ ਗਾਹਾਂ ਹੋ ਜਾਓ। ਧਰਤੀ ਕਿਹੜਾ ਤੰਗ ਹੈ, ਸੁਖ ਲਓ ਸਤ ਸੰਗਤ ਜੀ। ਇਹ ਤਾਂ ਗ੍ਰਸਤੀ ਦੁੱਖ ਭਾਰੇ ਜਿਹੜੇ ਸਤ ਸੰਗੀ ਮੇਰ ਕੀਤੀ ਹੈ ਵਿਚਾਰੇ ਨੇ। ਸੋ ਇਹ ਸਾਧੂਆਂ ਦਾ ਮਤ ਹੈ ਸਤ ਸੰਗਤ ਜੀ। ਪਾਣੀ ਜੇ ਇੱਕ ਥੋਂ ਖੜ ਜਾਵੇ ਤਾਂ ਮੁਸ਼ਕ ਜਾਂਦਾ ਹੈ, ਉਹਦੇ ਤੇ ਜਾਲਾ ਆ ਜਾਂਦਾ। ਜਿਹੜਾ ਦਰਿਆਵਾਂ ਦਾ ਪਾਣੀ ਹਰ ਵੇਲੇ ਤੁਰਦਾ, ਸਤ ਸੰਗੀ ਦੇਖ ਲਓ ਕਿੰਨਾ ਉਜਰ ਹੈ, ਨਿਰਮਲ ਹੈ, ਸਾਰੀ ਦੁਨੀਆ ਉਹਨੂੰ ਪੀਂਦੀ। ਉਹਦੇ ਚ ਸਤ ਸੰਗੀ ਜੀ ਨਹੀਂ ਪੈਂਦੇ, ਖੜੇ ਪਾਣੀ ਦੇ ਉੱਤੇ ਜੀ ਪੈ ਜਾਂਦੇ ਕੂਰੇ ਆਦਿਕ। ਇਸੇ ਤਰ੍ਹਾਂ ਖੜਨ ਦੇ ਨਾਲ ਇੱਕ ਥਾਂ ਟਿਕਣ ਨਾਲ ਅਨੇਕਾਂ ਉਪਾਧੀਆਂ ਉੱਠਦੀਆਂ। ਜਲ ਦੇ ਨਾਲ ਜਿਹੜਾ ਜਲ ਵਾਂਗੂ ਵਿਚਰਦਾ ਫਿਰਦਾ ਉਹ ਐਨ ਸਵੱਛ ਜੀਵਨ ਸਤ ਸੰਗੀ ਆਨੰਦ ਮਾਣਦਾ ਹੈ। ਪਰਾ ਰੱਬ ਦੇ ਅਧੀਨ ਸਾਰੀ ਸ੍ਰਿਸ਼ਟੀ। ਸੋ ਅੱਜ ਸਤ ਸੰਗਤ ਜੀ ਮਾਤਾ ਗੁਜਰੀ ਕਹਿ ਰਹੀ ਹੈ, ਪਿਆਰੇ ਸੁਪੁੱਤਰ ਤੇਰੇ ਪਿਤਾ ਜੀ ਪੰਜਾਬ ਗਏ ਨੇ, ਹਲੇ ਕੋਈ ਸੁਨੇਹਾ ਨਹੀਂ ਆਇਆ, ਚਿੱਠੀ ਨਹੀਂ ਆਈ। ਉੱਥੇ ਲੋਕ ਆਪਣੇ ਸੋਢੀ ਈਰਖਾ ਕਰਦੇ ਨੇ ਸ਼ਰੀਕ। ਲਖੇ ਬੁਲਾਵਣ ਕੋ ਜਬ ਸਮੇਂ, ਜਦੋਂ ਸਮਾਂ ਦੇਖ ਰਹਿਣਗੇ ਆਪਾਂ ਨੂੰ ਬੁਲਾਉਣ ਦਾ, ਭੇਜੇ ਲਿਖੀ ਪੱਤਰ ਕਾਹਵੇਂ, ਫੇਰ ਆਪਾਂ ਨੂੰ ਲਿਖ ਕੇ ਚਿੱਠੀ ਭੇਜਣਗੇ। ਇਹਾਂ ਮਸੰਦ ਸਿਵ ਸਭ ਦਾਸ, ਆ ਦੇਖ ਉਹਨਾਂ ਦੀ ਚਿੱਠੀ ਆਈ ਤੋਂ ਬਿਨਾਂ ਨਹੀਂ ਆਪਾਂ ਜਾਣਾ। ਇੱਥੇ ਕਿੰਨੇ ਸੇਵਕ ਨੇ ਤੇਰੀ ਸੇਵਾ ਕਰਨ ਵਾਲੇ ਪਟਨੇ ਸਾਹਿਬ, ਮਸੰਦ ਬਹੁਤ ਹਨ। ਜੈਤ ਵਸਤ ਕੋ ਭੇਜੇ ਪਾਸ, ਜੋ ਕਿ ਵਸਤੂ ਦੀ ਚਾਹਨਾ ਹੁੰਦੀ ਹੈ ਤੈਨੂੰ ਉਹ ਭੇਜ ਦਿੰਦੇ ਨੇ ਤੇਰੇ ਕੋਲੇ। ਸਭ ਸੁਖ ਸੋ ਬਸ ਸਮੇਂ ਬਿਤਾਵੇ, ਆਪਾਂ ਜਦੋਂ ਦੇ ਪੂਰਬ ਦੇ ਦੇਸ਼ ਵਿੱਚ ਆਏ ਹਾਂ, ਹਰ ਤਰ੍ਹਾਂ ਕਰਕੇ ਸੁਖ ਨਾਲ ਸਮਾਂ ਬਤੀਤ ਕਰਦੇ ਹਾਂ। ਪਿਤ ਮਰਜੀ ਬਿਨ ਕਿਮ ਜਾਵੇ, ਤੇਰੇ ਪਿਤਾ ਜੀ ਦੀ ਇੱਛਾ ਤੋਂ ਬਿਨਾਂ ਆਪਾਂ ਕਿਉਂ ਪੰਜਾਬ ਜਾਈਏ। ਸੁਣਤ ਬਖਾਨੇ ਪਿਤਾ ਗਏ ਜਬ, ਸੁਣ ਕਰਕੇ ਸਤ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਤਾ ਜੀ ਦੇ ਬਚਨ ਵੀ ਟਾਲਦੀ ਆ ਸਾਨੂੰ। ਉਸ ਵੇਲੇ ਕਿਹਾ ਮਾਤਾ ਜੀ ਜਦੋਂ ਪਿਤਾ ਜੀ ਪੰਜਾਬ ਨੂੰ ਗਏ ਨੇ, ਹਮਕੋ ਆਗਿਆ ਕਰਤ ਭਏ ਤਬ, ਮੈਨੂੰ ਆਗਿਆ ਦੇ ਕਰਕੇ ਗਏ ਸੀ ਉਸ ਵੇਲੇ। ਇਨਕੀ ਮਰਜ਼ੀ ਪਾਏ ਚਲਨ ਤੇ, ਉਹਨਾਂ ਦੀ ਮੈਂ ਮਰਜ਼ੀ ਨਾਲ ਹੀ ਆਗਿਆ ਨਾਲ ਹੀ ਰਹਿੰਦਾ ਹਾਂ ਇੱਥੇ। ਸਤ ਸੰਗਤ ਜੀ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਗੁਰੂ ਤੇਗ ਬਹਾਦਰ ਜੀ ਨੇ ਵੱਖਰੇ ਹੋ ਕੇ ਬਚਨ ਕੀਤੇ ਸੀ। ਆਪ ਜੀ ਉਹਨਾਂ ਨੂੰ ਸਰੀਰ ਕਰਕੇ ਬਾਲਕ ਨੇ, ਮਨ ਦੀ ਅਵਸਥਾ ਤਾਂ ਬਾਲਕਾਂ ਵਾਲੀ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ। ਸਤ ਸੰਗਤ ਜੀ ਦੇਖ ਲਓ, ਅਫਸਰ ਸਤ ਸੰਗਤ ਜੀ ਕਹਿੰਦਾ ਸੀ ਉਹਦਾ ਨੌਕਰ ਕੇ ਨੂੰ ਅਫਸਰ ਜਾ ਰਿਹਾ ਹਾਥੀ ਤੇ ਚੜਿਆ, ਇਹਨੂੰ ਸਲਾਮਾ ਲੇਕਮ ਕਰੋ। ਬੱਚਿਆਂ ਨੂੰ ਸਿਖਾ ਦਿੱਤਾ ਮਹਾਰਾਜ ਕਹਿੰਦੇ ਦੰਦੀਆਂ ਚੜਾਓ ਇਹਨਾਂ ਨੂੰ। ਜੋ ਦੰਦੀਆਂ ਚੜਾਈਆਂ ਅਫਸਰ ਨੇ ਕੀ ਕਿਹਾ, ਬਾਂਦਰ ਨੇ ਇਕੱਠੇ ਹੋਏ। 10ਵੇਂ ਪਾਤਸ਼ਾਹ ਨੇ ਕੀ ਕਹੇ ਬਚਨ, ਕਹਿੰਦੇ ਉਹ ਤੁਰਕੋ ਜ਼ੁਲਮ ਕਰਦੇ ਹੋ, ਬਾਂਦਰ ਮੂਹੇ ਆਉਣ ਵਾਲੇ ਨੇ, ਤੁਹਾਡਾ ਰਾਜ ਉਹਨਾਂ ਨੇ ਖੋਣਾ ਆ ਕੇ। ਆਪ ਨੂੰ ਪਤਾ ਸੀ ਕਿ ਰੰਗ ਦੇ ਅੰਗਰੇਜ਼ ਪਹੁੰਚਣਗੇ। ਇਹੋ ਜਿਹੇ ਬਚਨ ਸਤ ਸੰਗਤ ਜੀ ਕੋਈ ਬਾਲਕ ਥੋੜੋ ਕਰਿਆ ਕਰਦੇ ਨੇ। ਆਪ ਜੀ ਦੀ ਅਵਸਥਾ ਤੋਂ ਪਹਿਲਾਂ ਤੋਂ ਹੀ ਉੱਚੀ ਹੈ ਸਤ ਸੰਗਤ ਜੀ। ਐਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਉੱਥੋਂ ਚੱਲੇ ਨੇ, ਇੱਕ ਪਣਾ ਨਾਲ ਲਿਆਏ ਨੇ ਸਤ ਸੰਗਤ ਜੀ।
ਵਿਦਿਆ ਹੋ ਕਰਕੇ ਪਿੱਛੇ ਕਥਾ ਵਿਚਾਰ ਆਏ ਹਾਂ। ਐਨ ਵੱਖਰੇ ਹੋ ਕੇ ਸਤਿਸੰਗ ਜੀ ਬਚਨ ਕੀਤੇ ਨੇ ਕਿ ਪਹਿਲੇ ਜਾਮੇ 'ਚ ਵੀ ਤੁਸੀਂ ਸਾਡੇ ਪੁੱਤਰ ਬਣੇ ਸੀ, 3 ਯੁੱਗ ਲੰਘ ਗਏ, ਅੱਜ ਸਮਾਂ ਆ ਗਿਆ ਤੁਸੀਂ ਸਾਡੇ ਪੁੱਤਰ ਰੂਪ ਹੋ ਕਰਕੇ ਪ੍ਰਗਟ ਹੋਏ ਹੋ। ਉਦੋਂ ਵੀ ਸਹਾਇਤਾ ਕੀਤੀ ਸੀ ਸਾਡੀ ਦੁਸ਼ਟ ਦਮਨ ਦੇ ਰੂਪ ਵਿੱਚ, ਅੱਜ ਵੀ ਤੁਸੀਂ ਸਾਡੀ ਸਹਾਇਤਾ ਕਰੋਗੇ, ਪੰਜਾਬ ਆ ਕੇ ਪੰਥ ਖਾਲਸਾ ਰਚੋਗੇ। ਇਹ ਸਤ ਸੰਗਤ ਜੀ ਗੁਪਤ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 10ਵੇਂ ਪਾਤਸ਼ਾਹ ਦੇ ਹੋ ਚੁੱਕੇ ਹਨ। ਇਹਨ ਠਹਿਰੇ ਹੀ ਮਤੰਤੇ। ਮਾਤਾ ਜੀ ਮੇਰਾ ਤਾਂ ਇਹ ਮਤਾ ਹੈ, ਇੱਥੇ ਨਹੀਂ ਅਸੀਂ ਠਹਿਰਨਾ ਪਟਨੇ ਸਾਹਿਬ। ਇਸ ਵਿਦ ਕਹੇ ਨਿਤਾ ਪ੍ਰਤਪਾਤੀ। ਕਿਉਂ ਰੋਜ਼ ਬਾਤਾਂ ਮਾਤਾਵਾਂ ਨੂੰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਚਾਹਤ ਚਿਤ ਮੇ ਪੰਥ ਪਰਿਆਤੀ। ਹਰ ਵੇਲੇ ਚਾਹੁੰਦੇ ਰਹਿੰਦੇ ਨੇ ਕਦੋਂ ਰਸਤੇ ਚੱਲ ਪਈਏ ਪੰਜਾਬ ਪਹੁੰਚਣ ਦੇ। ਸਿੱਖ ਮਸੰਦ ਗਨ ਆਏ ਹਵੇਸ਼। ਹਮੇਸ਼ਾ ਵਾਸਤੇ ਪੂਰਬ ਦੇਸ਼ ਦੇ ਸਤਿ ਸਿੱਖ ਵੀ ਦਰਸ਼ਨਾਂ ਨੂੰ ਆਉਂਦੇ ਨੇ। ਬੰਗਾਲ ਹੈ, ਉੜੀਸਾ ਦਾ ਇਲਾਕਾ, ਬਿਹਾਰ ਹੈ, ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਨੇ, ਥਾਂ ਥਾਂ ਤੇ ਸਤਿ ਗੁਰੂ ਕੀ ਸਿੱਖੀ ਹੈ, ਮਸੰਦ ਵੀ ਆਉਂਦੇ ਹਨ। ਠਹਿਰਾਵਨ ਹਿਤ ਕਹੇ ਵਿਸ਼ੇਸ਼। ਉਹ ਵੀ ਮਸੰਦ ਵੀ ਮਹਾਰਾਜ ਨੂੰ ਇਹੀ ਬਚਨ ਕਹਿੰਦੇ ਨਾ ਪੰਜਾਬ ਨਹੀਂ ਜਾਣਾ ਹੈ, ਆਪਾਂ ਇੱਥੇ ਹੀ ਰਹੋ। ਤਉ ਆਪ ਨੂੰ ਹੱਠ ਕਰ ਗਾਡੋ। ਪਰ ਫੇਰ ਵੀ ਆਪ ਸਤਿ ਹਠੀ ਤਪੀ ਖਾਲਸੇ ਨੂੰ ਪ੍ਰਗਟ ਕਰਨਾ ਹੈ। ਆਪ ਦੇ ਵਿੱਚ ਕਿਉਂ ਨਾ ਹੱਠ ਹੋਵੇ, ਤਕੜਾ ਹੱਠ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਲਨ ਪੰਜਾਬ ਚਾਓ ਚਿਤ ਬਾਡੋ। ਚਿੱਤ ਵਿੱਚ ਇੱਛਾ ਵੱਧ ਰਹੀ ਹੈ ਪੰਜਾਬ ਜਾਣ ਦੀ। ਮਾਤਾ ਗੁਜਰੀ ਕੇ ਸੰਗ ਕਹੇ। ਮਾਤਾ ਗੁਜਰੀ ਜੀ ਨੂੰ ਕਹਿੰਦੇ ਹਨ, ਹਮ ਤੋ ਇਸ ਪੁਰ ਨਾਨ ਰਹੇ। ਮਾਤਾ ਜੀ ਅਸੀਂ ਤਾਂ ਨਹੀਂ ਪਟਨੇ ਸਾਹਿਬ ਰਹਿਣਾ। ਦੋਰਾ ਜੇ ਮਸੰਦ ਸਿੱਖ ਬੈ ਬੜੇ। ਜਿੰਨੇ ਸਤਿ ਜੀ ਮਸੰਦ ਉਥੇ ਉਮਰ ਦੇ ਵੱਡੇ ਹਨ। ਪ੍ਰਥਮ ਗੁਰਨ ਕੀ ਰੀਤ। ਪਹਿਲੇ ਗੁਰੂਆਂ ਦੀ ਰਹੁ ਰੀਤੀ ਚਾਹੁੰਦੇ ਨੇ। ਸੋਚ ਆਤਮਨ ਭਾਵਤੀ। ਉਹ ਮਸੰਦ ਚਾਹੁੰਦੇ ਨੇ ਸਾਡੇ ਮਨ ਭਾਉਂਦੀਆਂ ਹੋਈ ਜਾਣ, ਅਸੀਂ ਅਗਰਾਈ ਕਰੀਏ ਸਿੱਖਾਂ ਕੋਲ, ਮਨ ਭਾਉਂਦਾ ਧਨ ਘਰ ਰੱਖ ਲਈਏ, ਜਿੰਨੀ ਕਿ ਇੱਛਾ ਉਨੀ ਗੁਰੂ ਕਿਆਂ ਨੂੰ ਦੇ ਛੱਡੀਏ। ਧਨ ਲੁਕਾਉਂਦੇ ਸੀ ਨਾ ਸਤਿ ਜੀ ਮਸੰਦ, ਇਉਂ ਨਹੀਂ ਪਤਾ ਵੀ ਇਹਨਾਂ ਨੇ ਵੱਡੇ ਹੋ ਕੇ ਸਾਨੂੰ ਸਾੜਨਾ। ਉਹ ਵੀ ਡਰਦੇ ਨੇ ਮਸੰਦ। ਉਹ ਕਹਿੰਦੇ ਅਸੀਂ ਮਨ ਭਾਉਂਦੀਆਂ ਕਰੀਏ, ਪਹਿਲੇ ਗੁਰੂਆਂ ਵਾਂਗੂ ਇਹ ਗੁਰੂ ਬਣੇ ਰਹਿਣ ਅੱਗੇ ਵਾਸਤੇ ਜੋ ਗੱਦੀ ਦੇ ਮਾਲਕ ਬਣਨਗੇ। ਇਉਂ ਇਹਨਾਂ ਦੇ ਮਨ ਵਿੱਚ ਹੈ। ਕਰੇ ਮੇਲ ਤਰ ਪ੍ਰੀਤ। ਸਾਡੇ ਨਾਲ ਮੇਲ ਰੱਖ ਕੇ ਪ੍ਰੀਤੀ ਰੱਖਣ ਸਾਡੇ ਨਾਲ। ਸੋ ਪਈ ਨਿਤ ਪ੍ਰਤ ਗੁਰ ਕੇ ਦਰਸ਼ਨ ਆਵੇ। ਰੋਜ਼ ਸਿੱਖ ਵੀ ਪੂਰਬ ਦੇਸ਼ ਦੇ ਮਸੰਦ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ। ਹਰੇ ਕਾਮਨਾ ਬਾਛਤ ਪਾਵੇ। ਜੋ ਕਾਮਨਾ ਹੁੰਦੀ ਮਹਾਰਾਜ ਨੇ ਵਰ ਦੇ ਦਿੱਤਾ ਸੀ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ। ਕਹਿ ਆਏ ਸੀ ਗੁਰੂ ਤੇਗ ਬਹਾਦਰ ਜੀ ਸੰਗਤਾਂ ਨੂੰ ਕਿ ਜੋ ਸਾਡੇ ਕੋਲੋਂ ਤੁਸੀਂ ਕਾਮਨਾ ਪੂਰੀ ਕਰਾਉਣ ਦੀ ਇੱਛਾ ਰੱਖਦੇ ਹੋ, ਸਾਡੇ ਸਾਹਿਬਜ਼ਾਦੇ ਉਸੇ ਤਰ੍ਹਾਂ ਕਰਨਗੇ, ਸਾਡਾ ਰੂਪ ਹਨ। ਇਸ ਕਰਕੇ ਪੂਰਬ ਦੇਸ਼ ਦੀ ਸੰਗਤ ਸਾਰੀਆਂ ਕਾਮਨਾ ਪੂਰੀਆਂ ਮਹਾਰਾਜ ਚਰਨਾਂ ਤੋਂ ਕਰਦੀ ਹੈ, 10ਵੇਂ ਪਾਤਸ਼ਾਹ ਦੇ। ਇਹ ਸਤਿਗੁਰ ਨਵਤਨ ਮਗ ਚਾਹੇ। ਮਨ ਵਿੱਚ ਵਿਚਾਰਾਂ ਕਰਦੇ ਮਸੰਦ ਕਿ ਇਹ ਜਿਹੜੇ ਗੁਰੂ ਪ੍ਰਗਟ ਹੋ ਰਹੇ ਨੇ ਬਾਲਕ ਅਵਸਥਾ ਹਲੇ, ਇਹ ਨਵਾਂ ਰਾਹ ਤੋਰਨਗੇ। ਜਗਤ ਰੀਤ ਮੈਂ ਨਹਿਨ ਅਮਾਹੇ। ਇਹਨਾਂ ਦਾ ਜਗਤ ਦੀ ਰਹੁ ਰੀਤੀ ਨਾਲ ਪ੍ਰੇਮ ਨਹੀਂ, ਉਤਸ਼ਾਹ ਨਹੀਂ ਹੈ। ਪਹਿਲੇ ਗੁਰੂਆਂ ਵਾਂਗੂ ਸ਼ਾਂਤ ਨਹੀਂ ਰਹਿਣਾ ਇਹਨਾਂ ਨੇ। ਸੰਗਤ ਪਟਨੇ ਬਸੇ ਮਹਾਨੀ। ਸੰਗਤ ਪਟਨੇ ਵਿੱਚ ਬਹੁਤ ਬਸਦੀ ਹੈ। ਸਭਿਆਂ ਕੇ ਮਨ ਕੀ ਗੁਰ ਜਾਨੀ। ਸਾਰੀਆਂ ਸੰਗਤਾਂ ਦੇ ਮਨ ਦੀ ਸਤ ਸੰਗਤ ਜੀ ਭਾਵਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਾਣ ਲਈ। ਇਹ ਪੂਰਬ ਨਰ ਸਹਿਜ ਸੁਭਾਉ। ਕਿ ਇਹ ਜਿਹੜੇ ਪੂਰਬ ਦੇਸ਼ ਦੇ ਲੋਕ ਨੇ ਸੁਤੇ ਸਿੱਧ ਇਹਨਾਂ ਦਾ ਸੁਭਾਅ ਹੈ। ਖਿਨਕ ਭਾਉ ਤਰ ਖਿਨਕ ਭਾਉ। ਖਿਨ ਵਿੱਚ ਪ੍ਰੇਮੀ ਬਣ ਜਾਂਦੇ ਨੇ, ਖਿਨ ਵਿੱਚ ਪ੍ਰੇਮ ਨੂੰ ਖਤਮ ਕਰ ਦਿੰਦੇ ਨੇ। ਇਹ ਪੱਕੇ ਦਿਲ ਨੇਚੇ ਵਾਲੇ ਪ੍ਰੇਮੀ ਲੋਕ ਨਹੀਂ ਹਨ, ਪੂਰਬੀਏ। ਦ੍ਰਿੜ ਨੇਚਾ ਨੇ ਧਾਰਨ ਕਰੇ। ਇਹ ਗੁਰੂ ਕੀ ਸਿੱਖੀ ਤੇ ਦ੍ਰਿੜ ਪੱਕਾ ਨੇਚਾ ਨਹੀਂ ਰੱਖਦੇ। ਹੋਏ ਕਾਮਨਾ ਸ਼ਰਧਾ ਧਰੇ। ਜਦੋਂ ਤੱਕ ਕਾਮਨਾ ਹੁੰਦੀ ਹੈ ਤਾਂ ਸ਼ਰਧਾ ਧਾਰ ਕੇ ਆ ਜਾਂਦੇ ਨੇ। ਬਦਲ ਦੇਸ਼ ਕੋ ਚਿਤਵਤ ਰਹੇ। ਇਉਂ ਸਤ ਸੰਗਤ ਜੀ ਆਪ ਜੀ ਉਹਨਾਂ ਤੇ ਭਰੋਸਾ ਨਹੀਂ ਕਰਦੇ, ਪੂਰਬ ਦੇ ਲੋਕਾਂ ਤੇ। ਮਤਲਬ ਦੀ ਕਿਆ ਪ੍ਰੀਤ ਚਿਰ ਨਹੀਂ ਠਹਿਰਦੀ। ਦੂਧ ਦੇਤ ਜਬ ਧੇਨ ਦੇਵਤਾ ਬਿਹਰਦੀ। 100 ਸਾਖੀ ਸਤਿਸੰਗ ਜੀ ਬਹੁਤ ਸਾਰੇ ਬਚਨ ਆਉਂਦੇ ਨੇ। ਆਪ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਜਿਹੜੀ ਮਤਲਬ ਦੀ ਪ੍ਰੀਤੀ ਆ ਉਹ ਚਿਰ ਨਹੀਂ ਠਹਿਰਿਆ ਕਰਦੀ। ਜਿਹੜੀ ਸਤ ਸੰਗਤ ਜੀ ਬਿਨਾਂ ਮਤਲਬ ਤੋਂ ਪ੍ਰੀਤੀ ਕਰਨੀ ਹੈ, ਅਸਲ ਤਾਂ ਉਹ ਨਿਭਦੀ ਹੈ।
ਸੋ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਪ੍ਰੀਤੀਆਂ ਤਰ੍ਹਾਂ ਤਰ੍ਹਾਂ ਦੀਆਂ ਨੇ। ਇੱਕ ਸਾਧ ਸੰਗਤ ਜੀ ਜਵਾਨੀ ਪ੍ਰੀਤੀ ਹੈ, ਇੱਕ ਸਵਾਨੀ ਪ੍ਰੀਤੀ ਹੈ, ਇੱਕ ਸ਼ੈਤਾਨੀ ਪ੍ਰੀਤੀ ਹੈ, ਇੱਕ ਜਾਨੀ ਪ੍ਰੀਤੀ ਹੈ। ਸਭ ਤੋਂ ਉੱਤਮ ਸਾਧ ਸੰਗਤ ਜੀ ਗੁਰੂ ਘਰ ਵਿੱਚ ਜਾਨੀ ਪ੍ਰੀਤੀ ਮੰਨੀ ਹੈ। ਇੱਕ ਤਾਂ ਜਵਾਨੀ ਵੀ ਤੇਰੀ ਮੇਰੇ ਨਾਲ ਪ੍ਰੀਤ ਹੈ, ਕਹੀ ਛੱਡਣਾ ਇੱਕ ਦੂਜੇ ਨੂੰ, ਮੂੰਹ ਦਾ ਸਾਧ ਸੰਗਤ ਜੀ ਮਹਾਰਾਜਾ ਨਾਲ ਹੀ। ਮਤਲਬ ਕੀ ਹੋਣਾ ਬਈ ਕਿਤੇ ਜੇ ਅਚਨਚੇਤ ਕੰਮ ਪੈ ਗਿਆ ਇਹਦੇ ਕੋਲੋਂ ਕਰਾ ਲਾਂਗੇ, ਬਸ ਮੂੰਹ ਦੀ ਮਿਠਾਸ ਰੱਖਣੀ, ਉਹ ਸਾਧ ਸੰਗਤ ਜੀ ਪ੍ਰੀਤੀ ਤੋੜ ਨਹੀਂ ਨਿਭਦੀ। ਇੱਕ ਇਸੇ ਤਰ੍ਹਾਂ ਸਾਧ ਸੰਗਤ ਜੀ ਸਵਾਨੀ ਮਤਲਬ ਦੀ ਦੇਖਣਾ ਵੀ ਇਹਦੇ ਕੋਲ ਮਤਲਬ ਕੱਢਣਾ, ਉਹਦੇ ਨਾਲ ਜਾਣ ਕੇ ਪ੍ਰੀਤ ਰੱਖਣੀ, ਵੱਲੋਂ ਮੱਲੀ ਉਸ ਨੂੰ ਭੋਜਨ ਛਕਾਉਣਾ ਧੱਕੇ ਨਾਲ ਜੇ ਨਾ ਵੀ ਭੁੱਖ ਹੋਵੇ। ਇੱਕ ਸਾਧ ਸੰਗਤ ਜੀ ਸ਼ੈਤਾਨੀ, ਜਿਵੇਂ ਆਪਾਂ ਕਲਯੁਗ ਦੀ ਹਵਾ 'ਚ ਦੇਖਦੇ ਹਾਂ ਪਾਰਕਾਂ ਦੇ ਵਿੱਚ, ਇਹ ਸ਼ੈਤਾਨੀ ਪ੍ਰੀਤੀ ਹੈ। ਇਹ ਸ਼ੈਤਾਨ ਤੁਰਿਆ ਫਿਰਦਾ ਤੁਰਕਾਂ ਦਾ ਸਾਰੇ ਥਾਂ ਤੇ। ਖਾਲਸਾ ਜੀ, ਖਾਲਸਾ ਨੂੰ ਕੋਈ ਸ਼ੈਤਾਨ ਨਹੀਂ ਕੁਝ ਕਹਿ ਸਕੇਗਾ, ਮਹਾਰਾਜ ਸਾਹਿਬ ਜੀ ਦੀ ਓਟ ਹੈ। ਤੀਜੀ ਚੌਥੀ ਪ੍ਰੀਤੀ ਸਾਧ ਸੰਗਤ ਜੀ ਜਾਨੀ ਹੈ, ਜਾਨ ਵਾਰ ਦੇਣੀ ਇੱਕ ਦੂਜੇ ਦੇ ਉੱਤੋਂ ਦੀ ਬਿਨਾਂ ਮਤਲਬ ਤੋਂ, ਸੋ ਸਿੱਧੀ। ਸੋ ਖਾਲਸਾ ਜੀ ਪ੍ਰੀਤੀ ਗੁਰੂ ਕੇ ਘਰ ਨਾਲ ਜੇ ਕਰਨੀ ਹੋਵੇ ਤਾਂ ਜਾਨੀ ਪ੍ਰੀਤੀ ਕਰੇ, ਉਸੇ ਕਰਕੇ ਹੀ ਫੜੀ ਭੂਤ ਹੁੰਦੀ ਹੈ ਤਦੇ ਜੰਮਣ ਮਰਨ ਮਿਟੇਗਾ। ਅਸੀਂ ਜਦੋਂ ਤਾਂ ਕੋਈ ਮਤਲਬ ਹੈ ਉਦੋਂ ਤਾਂ ਦੇਗਾਂ ਵੀ ਕਰਾਉਣੀਆਂ, ਰੋਜ਼ ਝਾੜੂ ਵੀ ਦੇਣਾ, ਰੋਜ਼ ਮੱਥਾ ਵੀ ਟੇਕਣਾ, ਪਰਿਕਰਮਾ ਵੀ ਕਰੀ ਜਾਣੀਆਂ, ਸਭ ਕੁਝ ਕਰਨਾ। ਜਿੱਦਣ ਦੇਖਿਆ ਨੈ ਨੰਗੀ ਖਵਾਜਾ ਬਿਸਰਿਆ, ਜਦ ਨਦੀ ਪਾਰ ਕਰਦੀ ਫਿਰ ਕੌਣ ਖਵਾਜਾ ਕਿੱਥੇ ਹੈ, ਕੋਈ ਕੁਝ ਨਹੀਂ। ਇਸ ਕਰਕੇ ਸਾਧ ਸੰਗਤ ਜੀ ਤਨ ਚੇਤਨ ਚੇਤਨ ਹਿਤ ਦਿਓ, ਨਾ ਭੋਗਨ ਹਿਤ ਗੋਬਿੰਦ ਦਿਓ। ਦੋ ਗੱਲਾਂ ਚੇਤੇ ਰੱਖੇ ਸਾਧ ਸੰਗਤ ਜੀ। ਇੱਕ ਤਾਂ ਇਹ ਗੁਰਸਿੱਖ ਚੇਤੇ ਰੱਖੇ ਕਿ ਮੈਂ ਵਾਹਿਗੁਰੂ ਦੀ ਵਡਿਆਈ ਕਰਨ ਵਾਸਤੇ ਜੰਮਿਆ, ਆਪ ਦੀ ਵਡਿਆਈ ਕਰਾਉਣ ਵਾਸਤੇ ਨਹੀਂ ਜੰਮਿਆ। ਇੱਕ ਸਰੀਰ ਵਾਹਿਗੁਰੂ ਨੇ ਮੈਨੂੰ ਮਾਨਸ ਦੇਹੀ ਦਿੱਤੀ ਹੈ ਤਾਂ ਭਜਨ ਕਰਨ ਵਾਸਤੇ ਦਿੱਤੀ ਹੈ, ਹੋਰ ਕੰਮ ਹੀ ਕੋਈ ਨਹੀਂ। ਇਹ ਦੋ ਚੀਜ਼ਾਂ ਗੱਲਾਂ ਨਾ ਭੁੱਲੇ ਸਾਧ ਸੰਗਤ ਜੀ, ਉਹ ਗੁਰਸਿੱਖ ਗੁਰੂ ਕੀ ਖੁਸ਼ੀ ਪ੍ਰਾਪਤ ਕਰ ਲੈਂਦਾ। ਜਿਹੜੀ ਰੋਜੀ ਆ ਉਹ ਪਰਾਰਬਧ ਅਨੁਸਾਰ ਸਾਧ ਸੰਗਤ ਜੀ ਸਭ ਨੂੰ ਪਰਮੇਸ਼ਰ ਦਿੰਦਾ। ਜਾਨ ਕੋ ਦੇਤ ਅਜਾਨ ਕੋ ਦੇਤ, ਜਮਾਨ ਕੋ ਜ਼ਮੀਨ ਕੋ ਦੇਤ, ਜਮਾਨ ਕੋ ਦੈ। ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲਾ ਹੈ। ਜਿਸ ਵਾਹਿਗੁਰੂ ਨੇ ਸਾਡੇ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਆਸਣਾ ਸਾਨੂੰ ਦੁੱਧ ਹਾਜ਼ਰ ਕਰ ਦਿੱਤਾ, ਉਹ ਸਾਧ ਸੰਗਤ ਜੀ ਸਾਨੂੰ ਹੁਣ ਭੁੱਖੇ ਮਾਰ ਦੂਗਾ। ਕਿਉਂ ਬਿਲਕਣਾ ਸਾਧ ਸੰਗਤ ਜੀ, ਇਹ ਨਾ ਭਰੋਸੇ ਦੀ ਬਾਤ ਹੈ। ਸੋ ਆਪ ਜੀ ਸਾਧ ਸੰਗਤ ਜੀ ਦੱਸ ਰਹੇ ਨੇ ਕਿ ਪੂਰਬ ਦੇਸ਼ ਦੇ ਜਿਹੜੇ ਲੋਕ ਨੇ ਇਹ ਸਿਰਲੱਥ ਸੂਰਮੇ ਬਣਨ ਵਾਲੇ ਨਹੀਂ ਹਨ, ਇਹ ਸਿਦਕ ਨਹੀਂ ਨਿਭਾਉਣ ਵਾਲੇ, ਇਹ ਤਾਂ ਮਤਲਬ ਦੇ ਹਨ। ਜਦੋਂ ਮਤਲਬ ਹੁੰਦਾ ਤਾਂ ਪ੍ਰੇਮੀ ਬਣ ਜਾਂਦੇ ਆ, ਫਿਰ ਬਿਨਾਂ ਪ੍ਰੇਮ ਤੋਂ ਹੋ ਜਾਂਦੇ ਨੇ। ਆਪਣਾ ਥਾਨ ਹਿਰਦੇ ਮਹਿ ਲਹੇ, ਅਸੀਂ ਜਾਣਦੇ ਹਾਂ ਕਿ ਆਪਣਾ ਥਾਂ ਤਾਂ ਆਨੰਦਪੁਰ ਸਾਹਿਬ ਹੈ। ਬੜੇ ਹਮਾਰੇ ਬਾਸਤ ਨੀਤ, ਵੱਡੇ ਜਿਹੜੇ ਸਾਡੇ ਗੁਰੂ ਹੋਏ, ਗੁਰੂ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਸਾਹਿਬ ਜੀ, ਸਾਰੇ ਗੁਰੂ ਉੱਥੇ ਵਸਦੇ ਰਹੇ ਪੰਜਾਬ ਮੇਂ। ਸਭ ਨਰ ਜਾਣਤ ਗੁਰ ਕੀ ਰੀਤ, ਸਾਰੇ ਪੰਜਾਬ ਵਿੱਚ ਲੋਕ ਜਾਣਦੇ ਨੇ ਗੁਰੂ ਘਰ ਦੀ ਰਹੁ ਰੀਤੀ ਮਰਜ਼ਾਦਾ। ਤਨ ਮਨ ਧਨ ਅਰਪਣ ਸਭ ਕਰੇ, ਪੰਜਾਬ ਦੇ ਲੋਕ ਤਨ ਮਨ ਧਨ ਅਰਪ ਦਿੰਦੇ ਨੇ। ਬਾਬਾ ਬੁੱਢਾ ਜੀ ਜੈਸੇ, ਭਾਈ ਸਾਲੋ ਜੀ, ਭਾਈ ਜੇਠਾ ਪੁਰਾਣਾ ਲੰਗਾਹਾ, ਭਾਈ ਵਿਧੀ ਚੰਦ ਜੈਸੇ ਸਭ ਕੁਝ ਬਾਰ ਦਿੰਦੇ। ਇੱਕ ਸਮ ਸਦਾ ਪ੍ਰੇਮ ਕੋ ਧਰੇ, ਇੱਕ ਰਸ ਪ੍ਰੇਮ ਧਾਰਦੇ ਨੇ ਪੰਜਾਬ ਦੇ ਲੋਕ। ਜੁਦ ਪਤਾ ਮੇ ਹਮਰੇ ਕੀਨਸ, ਸਾਡੇ ਦਾਦਾ ਜੀ ਨੇ ਯੁੱਧ ਕੀਤਾ ਪੰਜਾਬ ਵਿੱਚ, ਰਹੇ ਸੰਗ ਲਰ ਪ੍ਰਾਣ ਸੁਦੀਨਸ। ਪ੍ਰਾਣ ਤਿਆਗ ਦਿੱਤੇ, ਇੱਕ ਕਦਮ ਨਹੀਂ ਗੁਰਸਿੱਖਾਂ ਨੇ ਪਿੱਛੇ। ਭਾਈ ਜੱਟੂ ਵਰਗੇ ਸੂਰਮੇ ਹੋਏ। ਇੱਕ ਦਿਨ ਪਿਤ ਮਾਤਾ ਕੇ ਸਾਥ, ਇੱਕ ਦਿਨ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਿਤਾ ਦੀ ਮਾਤਾ ਕੌਣ ਹੈ, ਮਾਤਾ ਨਾਨਕੀ ਦਾਦੀ ਜੀ, ਉਹਦੇ ਨਾਲ ਕਰਿਓ ਬਾਖ ਸ੍ਰੀ ਸਤਿਗੁਰੂ ਨਾਥ। ਸਵਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਾਦੀ ਮਾਤਾ ਨਾਨਕੀ ਨਾਲ ਬਚਨ ਕਹੇ, ਮੁਝ ਕੋ ਮਦਰ ਦੇਸ਼ ਹੀ ਭਾਵੇ। ਮਾਤਾ ਮੈਂ ਦਾਦੀ ਜੀ ਮੈਨੂੰ ਤਾਂ ਪੰਜਾਬ ਦੇਸ਼ ਚੰਗਾ ਲੱਗਦਾ, ਕਹਾਂ ਚਲਣ ਕੋ ਚਿਤ ਲਲਚਾਵੇ। ਮੇਰਾ ਹਰ ਵੇਲੇ ਰਾਤ ਦਿਨ ਜੀ ਕਰਦਾ ਰਹਿੰਦਾ ਉੱਥੇ ਵੀ ਚੱਲੀਏ। ਪ੍ਰਥਮ ਦੇਸ਼ ਹੈ ਵਹੀ ਹਮਾਰੋ, ਪਹਿਲਾ ਮੁੱਢਲਾ ਦੇਸ਼ ਨਾ ਪੰਜਾਬ ਹੀ ਹੈ ਆਪਣਾ। ਆਨ ਵੱਢਣ ਤੇ
ਥਾਨ ਵੱਢਣ ਕੇ ਤਹੇ ਨਿਰਧਾਰ। ਨਿਰਣਾ ਕਰ ਲੈ ਵੱਡਿਆਂ ਬਜ਼ੁਰਗਾਂ ਦੇ ਗੁਰੂਆਂ ਦੇ ਉੱਥੇ ਪਵਿੱਤਰ ਥਾਨ ਯਾਤਰਾ ਕਰਾਂਗੇ। ਨਿਕ ਪਲਾਸ ਕਰ ਤਹਿ ਰਹੇ, ਅਨੇਕਾਂ ਉੱਥੇ ਕੌਤਕ ਕਰਦੇ ਰਹੇ ਪਹਿਲੇ ਗੁਰੂ। ਹਮ ਸਿੱਖਨ ਤੇ ਸੁਣ ਕਰ ਚਹੇ, ਅਸੀਂ ਵੀ ਚਾਹੁੰਦੇ ਆ ਸਿੱਖਾਂ ਤੋਂ ਸੁਣ ਕੇ ਉੱਥੇ ਜਾਣਾ। ਕਹਾਂ ਹਮਾਰੀ ਵਿਰਸੇਦਾਰੀ, ਉੱਥੇ ਸਾਡਾ ਹਿੱਸਾ ਹੈ, ਹੱਕ ਹੈ ਉੱਥੇ ਰਹਿਣਾ। ਕਹਿ ਕੇ ਨਰ ਸਿੱਖੀ ਅਧਿਕਾਰੀ, ਉੱਥੇ ਦੇ ਜਿਹੜੇ ਸਿੱਖ ਨੇ ਨਾਲੇ ਅਧਿਕਾਰੀ ਨੇ ਸਿੱਖੀ ਦੇ, ਉਹਨਾਂ ਨੂੰ ਸਿੱਖੀ ਬਖਸ਼ਾਂਗੇ। ਨਹੀਂ ਇਤ ਦੇਸ਼ ਲਗੇ ਚਿਤ ਮੇਰੋ, ਇਸ ਬਿਹਾਰ ਦੇ ਇਲਾਕੇ 'ਚ ਮਾਤਾ ਦਾਦੀ ਨੂੰ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੇਰਾ ਜੀ ਨਹੀਂ ਲੱਗਦਾ। ਗਮਨ ਕਰਨ ਹੀ ਅਹੇ ਸ਼ੇਰੋ, ਇਸ ਕਰਕੇ ਇਹ ਦਾਦੀ ਜੀ ਇੱਥੋਂ ਆਪਾਂ ਨੂੰ ਚੱਲਣਾ ਚੰਗਾ ਹੈ। ਸਤਿਗੁਰ ਦਾਦੀ ਐਮ ਬੈਨ, ਇਹ ਜਦੋਂ ਸਤ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕਹੇ, ਦਾਦੀ ਨੇ ਸੁਣ ਕੇ ਭਰੇ ਨੀਰ ਸੋ ਦੀਰਘ ਨੈਣ, ਮਾਤਾ ਨੇ ਹੋਕਾ ਲਿਆ, ਮਾਤਾ ਨਾਨਕੀ ਨੇ, ਨਾਲੇ ਨੇਤਰ ਅਥਰੂ ਭਰਿਆ ਇਹ ਨੇਤਰਾਂ ਵਿੱਚ। ਉਹ ਬਿਰਦਾ ਸੋ ਸਮੇਂ ਵਿਚਾਰੇ, ਬਹੁਤ ਬਿਰਧ ਹੈ। ਫਿਰ ਪਿਛਲੀ ਉਮਰ ਤੇ ਸਤ ਸੰਗਤ ਜੀ ਵਿਚਾਰ ਕੀਤੀ ਮਾਤਾ ਜੀ ਨੇ, ਐਵੇਂ ਨਹੀਂ ਅਥਰੂ ਆਏ ਅੱਖਾਂ ਵਿੱਚ। ਜਿਸਮੇ ਭੇ ਸੰਗਰਾਮ ਅਖਾਰੇ, ਪਹਿਲੀ ਉਮਰ ਦੇਖੀ ਜਦੋਂ ਜੰਗ ਹੋਏ, ਅੰਮ੍ਰਿਤਸਰ ਦਾ ਜੰਗ ਹੋਇਆ, ਕਰਤਾਰਪੁਰ ਦਾ ਜੰਗ ਹੋਇਆ। ਪਏ ਸਤ ਸੰਗਤ ਜੀ ਬਰੂਦ ਦੇ ਨਾਲ ਖੜਾਕ ਹੋਏ, ਗੋਲੇ ਚੱਡੇ ਵੱਡੇ ਵੱਡੇ। ਉਹ ਦਿਨ ਮਾਤਾ ਨਾਨਕ ਜੀ ਦੇ ਅੱਖੀਂ ਦੇਖੇ ਹੋਏ ਸੀ। ਸਿਮਰ ਸਿਮਰ ਪਾਸ਼ਲ ਗਤ ਸੋਈ, ਪਿਛਲੇ ਸਮੇਂ ਨੂੰ ਚੇਤੇ ਕਰ ਕਰਕੇ ਕੰਪਤ ਗਾਤ ਧੀਰ ਵਰ ਖੋਈ। ਹਿਰਦੇ ਦੀ ਧੀਰਜ ਚਲੀ ਗਈ, ਸਰੀਰ ਕੰਬਦਾ, ਬਿਰਧ ਅਵਸਥਾ ਸਤ ਸੰਗਤ ਜੀ ਮਨ ਵੀ ਕਮਜ਼ੋਰ ਹੋ ਜਾਂਦਾ ਹੈ। ਪੁੱਤਰ ਸਾਤ ਬਰਤੰਤ ਬਖਾਨਾ, ਉਸ ਵੇਲੇ ਜਿਹੜਾ ਆਪਣਾ ਪੁੱਤਰਾ ਕਹਿ ਰਿਹਾ ਚੱਲੀਏ ਪੰਜਾਬ ਨੂੰ, ਚੱਲੀਏ ਪੰਜਾਬ ਨੂੰ, ਮਾਤਾ ਨਾਨਕੀ ਕਹਿ ਰਹੀ ਆ ਪੋਤਰੇ ਨੂੰ, ਭਇਓ ਖੇਦ ਤਿਸ ਦੇਸ਼ ਮਹਾਨ। ਇਹ ਪਿਆਰੇ ਪੋਤਰੇ, ਉਸ ਪੰਜਾਬ ਦੇਸ਼ ਵਿੱਚ ਬਹੁਤ ਦੁੱਖ ਹੈ। ਜਬ ਸੋ ਸਮੇਂ ਮੋਹੇ ਚਿਤ ਆਵੇ, ਜਦੋਂ ਮੈਨੂੰ ਪਹਿਲਾਂ ਤੇਰੇ ਦਾਦਾ ਜੀ ਦੇ ਸਮੇਂ ਦਾ ਜੰਗ ਲੜਨ ਦਾ ਸਮਾਂ ਚੇਤੇ ਆਉਂਦਾ, ਸਭ ਮਨ ਕੋ ਸੁਖ ਨ ਪਾਵੇ। ਮੇਰਾ ਮਨ ਉਸ ਵੇਲੇ ਬਹੁਤ ਤੜਫਦਾ, ਮੈਨੂੰ ਸੁਖ ਨਹੀਂ ਪ੍ਰਤੀਤ ਹੁੰਦਾ। ਜਬ ਤੇ ਹੋਏ ਸ ਜਨਮ ਤੁਮਾਰਾ, ਜਦੋਂ ਦਾ ਤੈਂ ਅਵਤਾਰ ਧਾਰਿਆ ਹੈ ਪਟਨੇ ਸਾਹਿਬ, ਸਭ ਸੁਖ ਸੋ ਸਭ ਸਮੇਂ ਗੁਜ਼ਾਰਾ। ਇਹ ਪਿਆਰੇ ਪੋਤਰੇ, ਉਦੋਂ ਦੀ ਮੈਂ ਸੁਖ ਦੇ ਨਾਲ ਇੱਥੇ ਦਿਨ ਬਤੀਤ ਕਰਦੀ ਆਂ। ਸਭ ਪੂਰਬ ਕੀ ਸੰਗਤ ਸੇਵਤ, ਦੇਖ ਜਿੰਨੀ ਪੂਰਬ ਦੀ ਸੰਗਤ ਹੈ, ਤੇਰੀ ਸੇਵਾ ਕਿੰਨੀ ਕਰਦੀ ਹੈ। ਮਨ ਬਾਂਛਤ ਤੈਨ ਕੋ ਤੁਮ ਦੇਵਤ, ਤੂੰ ਮਨ ਕਾਮਨਾ ਇਹਨਾਂ ਦੀਆਂ ਪੂਰੀਆਂ ਕਰਦਾ ਹੈ। ਸਭ ਮਸੰਦ ਆਪਣੇ ਅਨਸਾਰੀ, ਜਿੰਨੇ ਪੂਰਬ ਦੇਸ਼ ਦੇ ਮਸੰਦ ਨੇ ਸਾਰੇ ਆਗਿਆਕਾਰੀ ਹਨ। ਸੇਵਤ ਭੇਜਿਤ ਕਾਰ ਤੁਮਾਰੀ, ਜਿਵੇਂ ਤੇਰਾ ਹੁਕਮ ਹੋ ਜਾਂਦਾ ਉਸੇ ਤਰ੍ਹਾਂ ਹਿੱਤ ਦੇ ਨਾਲ ਤੇਰੀ ਸੇਵਾ ਕਰਦੇ। ਨਹੀਂ ਗਮਨ ਕੀ ਬੁੱਧੀ ਕਰੀਏ, ਤੂੰ ਮਨ ਦੇ ਵਿੱਚ ਕਦੇ ਵੀ ਨਾ ਭੁੱਲ ਕੇ ਇਹ ਚਿਤਵੇ ਕਿ ਆਪਾਂ ਚੱਲੀਏ ਪੰਜਾਬ ਨੂੰ, ਇਹ ਮਨ ਵਿੱਚ ਰਹਿ ਬੈਠਦੇ ਹੈ ਪਿਆਰੇ ਪੁੱਤਰੇ। ਸੁਖ ਸਮੇਤ ਪੁਰ ਬਾਸ ਵਿਚਰੀਏ, ਸੁਖ ਦੇ ਸਹਿਤ ਇੱਥੇ ਬਸਣਾ ਵਿਚਾਰ ਲੈ ਪਟਨੇ ਸਾਹਿਬ। ਪਿਤਾ ਮਾਤ ਤੇ ਸੁਣ ਪੁਨ ਕਹਿਓ, ਜਦੋਂ ਸਤ ਸੰਗੀ ਮਾਤਾ ਨਾਨਕੀ ਨੇ ਕਿਹਾ ਕਿ ਪੁੱਤਰੇ ਜਾਣਾ ਨਹੀਂ ਆਪਾਂ ਪੰਜਾਬ ਨੂੰ, ਬਹੁਤ ਉੱਥੇ ਦੁੱਖ ਨੇ। ਇਹ ਬਚਨ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫੇਰ ਕਿਹਾ, ਸਭ ਸੁਖ ਬਾਸ ਇਹਾਂ ਤੁਮ ਲੈਹੋ। ਮਾਤਾ ਜੀ ਆਪਾਂ ਇੱਥੇ ਸਾਰੇ ਬਸ ਕੇ ਸੁਖ ਲਏ ਨੇ, ਸੰਗਤ ਕੋ ਬਗਾਰ ਇਸ ਥਾਨ। ਪਰ ਇੱਥੇ ਦੀ ਜਿਹੜੀ ਸੰਗਤ ਹੈ ਨਾ ਉਹ ਵਿਗੜੀ ਹੋਈ ਹੈ, ਉਹ ਠੀਕ ਨਹੀਂ। ਨੇ ਸੁਧਰੇ ਹਮ ਲੀਨਸ ਜਾਨ। ਮੈਂ ਜਾਣ ਲਿਆ ਇਹ ਜਿਹੜੀ ਪੂਰਬ ਦੇ ਦੇਸ਼ ਦੀ ਸੰਗਤ ਹੈ ਨਾ, ਇਹ ਦਿਖਾਵੇ ਦੀ ਹੋਈ ਆ, ਮਲਮਾ ਹੈ, ਇਹ ਸੁਧਰੇਗੀ ਨਹੀਂ। ਬਿਰਲੇ ਕਹੀਤ ਹੈ ਸਿੱਖ ਪ੍ਰੇਮੀ, ਬਿਰਲੇ ਬਿਰਲੇ ਹੀ ਇੱਥੇ ਸਿੱਖ ਪ੍ਰੇਮੀ ਹਨ। ਨਾਹਿਤ ਸ਼ਕਲ ਸੰਗ ਤਾਨੇਮੀ, ਨਹੀਂ ਤਾਂ ਸਾਰੀਆਂ ਨਾ ਨੇਮ ਮਾਤਰੀ, ਜਿਵੇਂ ਆਪਾਂ ਕਹਿੰਦੇ ਕਰ ਲਿਆ ਨਿਤਨੇਮ, ਵੱਜੇ ਰੁੱਝੇ ਕਰਦੇ ਆ, ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਨੇਮੀ ਤਾਂ ਹਨ, ਮੱਥਾ ਵੀ ਟੇਕਦੇ ਨੇ, ਇੱਧਰ ਉੱਧਰ ਬਾਣੀ ਵੀ ਪੜ੍ਹਦੇ ਨੇ, ਪਰ ਅੰਦਰ ਸਤਕਾਰ ਪ੍ਰੇਮ ਨਹੀਂ ਹੈ। ਫਸੇ ਜਗਤ ਕੀ ਰੀਤ ਮਝਾਰੀ, ਜਗਤ ਦੀ ਜਿਹੜੀ ਰਹੁ ਰੀਤੀਆਂ ਮੋਹ ਮਾਇਆ 'ਚ ਫਸੇ ਹੋਏ ਨੇ ਸਾਰੇ। ਨਾਮ ਤਰੀਕੀ ਕੇ ਅਧਿਕਾਰੀ, ਐਵੇਂ ਨਾਮ ਤਰੀਕ ਅਧਿਕਾਰੀ ਖਵਾਉਂਦੇ ਨੇ ਸਿੱਖੀ ਦੇ। ਪ੍ਰੇਮੀ ਨੇਮੀ ਸਭ ਮਮ ਸਰਨੀ, ਸਾਡੇ ਸੰਗਤ ਵਿੱਚ ਪ੍ਰੇਮੀ ਨੇਮੀ ਸਭ ਮਮ ਸਰਨਾ। ਹੇ ਦਾਦੀ ਜੀ, ਸਾਡੀ ਸ਼ਰਨ ਦੇ ਵਿੱਚ ਪ੍ਰੇਮੀ ਸਿੱਖ ਵੀ ਨੇ, ਨੇਮੀ ਵੀ ਨੇ।
ਪ੍ਰੇਮੀ ਉਹ ਹੈ ਸਤ ਸੰਗਤ ਜੀ ਜਿਹੜਾ ਮਨ ਬਾਣੀ ਚੀਰ ਕਰਕੇ ਭਾਵਨਾ ਰੱਖਦਾ ਬਿਨਾਂ ਮਤਲਬ ਤੋਂ। ਨੇਮੀ ਉਹ ਹੈ ਕਹਿੰਦਾ ਮੇਰਾ ਪਿਓ ਸਿੱਖ ਹੁੰਦਾ ਸੀ, ਮੈਂ ਵੀ ਨੇਮ ਨਿਭਾ ਦਿੰਦਾ, ਸ਼ਰਧਾ ਸ਼ੁਰਧਾ ਤਾਂ ਹੈ ਨਹੀਂ ਗੀ, ਜਾਈ ਦਾ ਗੁਰਦੁਆਰੇ। ਇਹ ਜਿਹੇ ਜਿਹੜੇ ਨੇਮੀ ਹਨ ਉਹ ਵੀ ਸਾਡੇ ਸਿੱਖ ਨੇ। ਹਮਨੇ ਇਨ ਉਧਾਰ ਜਗ ਕਰਨਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਐਡੇ ਦਿਆਲੂ ਕਿਰਪਾਲੂ ਨੇ। ਕਹਿੰਦੇ ਦਾਦੀ ਜੀ ਅਸੀਂ ਪ੍ਰੇਮੀਆਂ ਦੀ ਵੀ ਕਲਿਆਣ ਕਰਨੀ ਹੈ ਔਰ ਨੇਮੀਆਂ ਦਾ ਵੀ ਭਲਾ ਕਰਨਾ ਹੈ। ਵਿਦ ਨਿਖੇਦ ਮੈਂ ਇਹ ਸਿੱਖ ਰਹੇ। ਇਹ ਜਿੰਨੇ ਪੂਰਬ ਦੇ ਇਲਾਕੇ ਦੇ ਲੋਕ ਨੇ ਕਰਮ ਕਾਂਡੀ ਨੇ, ਵਿਦ ਨਿਖੇਦ ਕਰਮਾਂ 'ਚ ਫਸੇ ਹੋਏ ਨੇ। ਸਤ ਸੰਗਤ ਜੀ ਵਿਦ ਨਿਖੇਦ ਕਰਮ ਉਹ ਹੁੰਦੇ ਨੇ। ਕਰਮ ਤਾਂ ਸਤ ਸੰਗਤ ਜੀ ਵਿਦ ਨਿਖੇਦ ਵਿਧੀ ਪੂਰਵ ਕਰਮ ਵੀ ਸਤ ਸੰਗਤ ਜੀ ਕਾਮਕ ਕਰਮ, ਪ੍ਰਾਸ਼ਚਿਤ ਕਰਮ ਇਤਾਦਿ ਉਹ ਵੀ 4 ਪ੍ਰਕਾਰ ਦੇ ਨੇ। ਵਿਧੀ ਪੂਰਵ ਕਰਮ ਜਿਨ੍ਹਾਂ ਨੂੰ ਆਪਾਂ ਨੂੰ ਸਤ ਸੰਗਤ ਜੀ ਵੇਦ ਸ਼ਾਸਤਰ ਆਗਿਆ ਦਿੰਦਾ ਹੈ। ਦੂਸਰਾ ਨਿਤ ਕਰਮ, ਨਿਮਿਤ ਕਰਮ, ਪ੍ਰਾਸ਼ਚਿਤ ਕਰਮ, ਕਾਮਕ ਕਰਮ, ਇਹ 4 ਤਰ੍ਹਾਂ ਦੇ ਵਿਧੀ ਪੂਰਵ ਕਰਮ ਮੰਨੇ ਨੇ ਖਾਲਸਾ ਜੀ। ਨਿਖੇਧ ਕਰਮ ਜਿਨ੍ਹਾਂ ਨੂੰ ਵਰਜਿਤ ਕਰਦੇ ਨੇ ਗੁਰੂ ਸਾਹਿਬ ਜੀ, ਵੇਦ ਸ਼ਾਸਤਰ ਵੀ ਆਗਿਆ ਨਹੀਂ ਦਿੰਦਾ ਕਿ ਪਾਪ ਲੱਗੇਗਾ, ਇਹ ਕਰਮ ਨਹੀਂ ਕਰਨਾ। ਸੋ ਇਸੇ ਤਰ੍ਹਾਂ ਕਰਮ ਕਾਂਡ ਦੀ ਰੀਤੀ ਵਿੱਚ ਇਹ ਪੂਰਬ ਦੇਸ਼ ਦੇ ਸਿੱਖ ਫਸੇ ਹੋਏ ਹਨ। ਮੁਝ ਕੋ ਇਹ ਬਾਲਕ ਹੀ ਲਹੇ। ਇਹ ਦਾਦੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸਾਡੇ ਤੇ ਇੰਨੀ ਸ਼ਰਧਾ ਨਹੀਂ ਰੱਖਦੇ, ਸਾਨੂੰ ਇਹ ਬਾਲਕ ਸਮਝਦੇ ਨੇ ਵੀ ਇੱਥੇ ਹੀ ਬੱਚਾ ਜੰਮਿਆ ਹੈ। ਜਨਮ ਭੂਮਿਕਾ ਹੈ ਇਹ ਮੇਰੀ। ਇਹ ਸਾਡੀ ਜਨਮ ਭੂਮੀ ਹੈ ਪਟਨਾ ਸਾਹਿਬ। ਜਾਂ ਤੇ ਸ਼ਰਧਾ ਹੈ ਨਾ ਕਨੇਰੀ। ਸਾਡੇ ਤੇ ਇਹਨਾਂ ਦੀ ਸ਼ਰਧਾ ਨਹੀਂ ਜਿੰਨੇ ਬਿਹਾਰੀ ਸਿੱਖ ਹਨ। ਇਨਕੇ ਮਨ ਕੀ ਮੈਂ ਸਭ ਜਾਣੀ। ਇਹਨਾਂ ਦੇ ਮਨਾਂ ਦੀਆਂ ਅਸੀਂ ਸਭ ਜਾਣਦੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਐ ਮਹਿਮਾ ਮਿਤ ਮੋਰ ਪਛਾਨੀ। ਸਾਡੀ ਮਰਜ਼ਾਦਾ ਸਾਡੀ ਵਡਿਆਈ ਇਹ ਪਛਾਣ ਨਹੀਂ ਸਕਦੇ। ਮਦਰ ਦੇਸ਼ ਗਮਨੇ ਹਮ ਜਬੇ। ਜਦੋਂ ਅਸੀਂ ਪੰਜਾਬ ਚਲੇ ਜਾਵਾਂਗੇ ਆਪਣੇ ਦੇਸ਼, ਬਹੁ ਗੁਣ ਹੋਏ ਸਭਨ ਕੋ ਤਵੇ। ਫਿਰ ਇਹਨਾਂ ਦਾ ਵੀ ਭਲਾ ਹੋ ਜਾਵੇਗਾ। ਸਾਡੇ ਜਾਣ ਵਾਲੇ ਗੁਣ ਹੈ। ਇਹ ਸੰਗਤ ਨੇ ਦਰਸ਼ਨ ਚਾਹੇ। ਇਹ ਸੰਗਤਾਂ ਫਿਰ ਸਾਡਾ ਵਿਛੋੜਾ ਮਹਿਸੂਸ ਕਰਨਗੀਆਂ। ਜਿਹੜੇ ਨਾਲ ਸਾਡੇ ਬੱਚੇ ਖੇਡਦੇ ਰਹੇ, ਜਿਉਂ-ਜਿਉਂ ਵੱਡੇ ਹੋਣਗੇ ਸਾਨੂੰ ਚੇਤੇ ਕਰਨਗੇ। ਜੇ ਚੇਤੇ ਕਰਨਾ ਹੀ ਭਜਨ ਹੈ। ਜਿਹਾ ਜਿਹਾ ਵਿਛੋੜੇ 'ਚ ਸਤ ਸੰਗਤ ਜੀ ਦੁੱਖ ਹੈ, ਉੱਥੇ ਵਿਛੋੜੇ 'ਚ ਆਨੰਦ ਵੀ ਹੈ। ਜਿੰਨਾ ਚਿਰ ਆਪਾਂ ਸਤ ਸੰਗਤ ਜੀ ਵਿਛੋੜੇ 'ਚ ਜਿੰਨਾ ਕਿਸੇ ਨੂੰ ਚੇਤੇ ਕਰਦੇ ਹਾਂ, ਮਿਲੇ ਤੇ ਫੇਰ ਭੁੱਲ ਜਾਂਦੇ ਹਾਂ। ਸੋ ਮਹਾਰਾਜ ਕਹਿਣ ਲੱਗੇ ਸਾਡਾ ਜਦੋਂ ਇਹਨਾਂ ਨੂੰ ਪ੍ਰੇਮ ਦੀ ਖਿੱਚ ਪਵੇਗੀ, ਇਹਨਾਂ ਦਾ ਵੀ ਭਲਾ ਹੋਵੇਗਾ। ਕਦੇ ਪ੍ਰੇਮ ਕਉ ਮਿਲੇ ਓ ਮਾਹੇ। ਜਿਉਂ-ਜਿਉਂ ਅਸੀਂ ਇਹਨਾਂ ਨਾਲ ਵਿਛੜ ਜਾਵਾਂਗੇ, ਇਹਨਾਂ ਦੇ ਅੰਦਰ ਪ੍ਰੇਮ ਵਧੇਗਾ, ਪ੍ਰੇਮ ਮਿਲਣ ਦੀ ਇੱਛਾ ਧਾਰਨਗੇ। ਇਸ ਬਤੇ ਇਨਕੋ ਹੋਏ ਆਛੇ। ਇਸ ਕਰਕੇ ਇਹਨਾਂ ਦਾ ਵੀ ਭਲਾ ਹੋ ਜਾਵੇਗਾ। ਇਹ ਮਾਤਾ ਜੀ ਦੂਰ ਰਹੇ ਤੇ ਦਰਸ਼ਨ ਬਾਂਛੇ। ਜਿੰਨਾ ਇਹ ਦੂਰ ਰਹਿਣਗੇ, ਜੋ ਤੁਮ ਹਮਕੋ ਦੂਰ ਕਰ ਦੋ ਤੁਮ ਮੁਕਤ ਬਤਾਵੋ। हे ਮਹਾਰਾਜ ਜਿਵੇਂ ਜਿਵੇਂ ਸਾਨੂੰ ਤੁਸੀਂ ਦੂਰ ਕਰਦੇ ਹੋ, ਤਿਉਂ ਤਿਉਂ ਸਾਨੂੰ ਮੋਕਸ਼ ਦਾ ਮਾਰਗ ਦੱਸਦੇ ਹੋ। ਤੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜੋ ਪੈ ਹਮ ਨਾ ਪਾਪ ਕਰੰਤਾ ਇਹ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਜਿਸ ਵੇਲੇ ਸਤ ਸੰਗਤ ਜੀ ਰਵਿਦਾਸ ਨੂੰ ਦਰਸ਼ਨ ਦਿੱਤੇ ਨੇ ਭਗਵਾਨ ਨੇ, ਇਹ ਨੱਠ ਕੇ ਚਰਨਾਂ ਤੇ ਮੱਥਾ ਟੇਕਣ ਗਿਆ। ਭਗਵਾਨ ਪਰਖਣ ਵਾਸਤੇ ਕਹਿੰਦਾ ਪਿੱਛੇ ਆਟੋ ਚ ਮਾਰਾ, ਸਾਨੂੰ ਭਿੱਟ ਦੇਗਾ। ਕਹਿਣ ਲੱਗੇ ਭਿੱਟ ਦੂੰਗਾ। ਕਹਿੰਦੇ ਹਾਂ ਅਸੀਂ ਛਤਰੀ ਹੋਏ, ਤੂੰ ਸੂਦਰ ਹੋਇਆ। ਜਦੋਂ ਹੀ ਕਹਿੰਦਾ ਤੋਹੀ ਮੋਹੀ ਤੋਹੀ ਅੰਤਰ ਕੈਸਾ। ਤੁਸੀਂ ਮੈਂ ਹੋ, ਮੈਂ ਤੂੰ ਹਾਂ। ਸੋ ਹੰ ਹੰਸਾ ਜਪ ਜਾਪੋ, ਸੋ ਹੰ ਉਹ ਬ੍ਰਹਮ ਮੈਂ ਹਾਂ, ਹੰ ਸਾ ਅਸੀਂ ਉਹ ਹਾਂ। ਇਹ ਅਭੇਦਤਾ ਦਾ ਮੰਤਰ ਹੈ। ਤੋਹੀ ਮੋਹੀ ਤੋਹੀ ਅੰਤਰ ਕੈਸਾ। ਕਹਿੰਦੇ ਮੱਲੋ ਮੱਲੀ ਤੂੰ ਸਾਡੇ ਨਾਲ ਮਿਲਣਾ ਚਾਹੁੰਦਾ, ਧੱਕੇ ਨਾਲ ਹੀ। ਕਨਕ ਕਟਕ ਜਲ ਤਰੰਗ ਜੈਸਾ। ਕਹਿੰਦਾ ਜਿਵੇਂ ਸੋਨੇ ਤੇ ਸੋਨੇ ਦੇ ਕੜੇ ਦਾ ਫਰਕ ਹੈ, ਐ ਤੇਰਾ ਮੇਰਾ ਫਰਕ ਹੈ। ਜਲ ਤੇ ਜਲ ਦੀ ਲਹਿਰ ਦਾ ਜਿਵੇਂ ਫਰਕ ਹੈ। ਕਹਿਣੇ ਮਾਤਰੀ ਸਤ ਸੰਗਤ ਜੀ ਦੋ ਨੇ, ਵਾਸਤਵ ਵਿੱਚ ਤਾਂ ਜਲ ਤੇ ਜਲ ਦੀ ਲਹਿਰ ਦਾ ਕੋਈ ਫਰਕ ਨਹੀਂ, ਸੋਨੇ ਤੇ ਸੋਨੇ ਦੇ ਕੜੇ ਦਾ ਕੋਈ ਫਰਕ ਨਹੀਂ। ਕਹਿਣੇ ਮਾਤਰ ਸੇ ਕੜਾ ਕੜਾ ਹੈ। ਜੋ ਪੈ ਹਮ ਨਾ ਪਾਪ ਕਰੰਤਾ ਇਹ ਅਨੰਤਾ। ਹੈ ਅਨੰਤ, ਜੇ ਮੈਂ ਪਾਪ ਨਾ ਕਰਦਾ, ਜੇ ਮੈਂ ਪਾਪੀ ਹਾਂ, ਤਾਂ ਪਤਿਤ ਪਾਵਨ ਤੈਨੂੰ ਕਿਸੇ ਨੇ ਨਹੀਂ ਸੀ ਕਹਿਣਾ।
ਪਤਿਤ ਪਾਵਨ ਨਾਮ ਕੈਸੇ ਹੁੰਤਾ, ਤੇਰੇ ਨਾਂ ਨੂੰ ਪ੍ਰਗਟ ਕਰਨ ਵਾਲਾ ਮੈਂ ਆ, ਭਗਤ ਰਵਿਦਾਸ ਕਹਿੰਦਾ। ਜਦੋਂ ਨੇਚਾ ਦੇਖਿਆ ਸਤ ਸੰਗਤ ਜੀ, ਉਸ ਵੇਲੇ ਮੇਰੇ ਬੀਠੜਾ ਲੈ ਬਾਹੜੀ ਬੁਲਾਏ, ਗ੍ਰਫੜੀ ਪਾਰੀ ਸਤ ਸੰਗਤ ਜੀ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ, ਜਿਉਂ-ਜਿਉਂ ਇਹਨਾਂ ਦੇ ਅੰਦਰ ਪ੍ਰੇਮ ਵਧੇਗਾ, ਤਿਉਂ ਤੋਂ ਵਾਹਿਗੁਰੂ ਇਹਨਾਂ ਨੂੰ ਮਿਲੇਗਾ। ਅਪਰ ਸੁਨੋ ਤਿਸ ਦੇਸ਼ ਮਝਾਰਾ, ਹੋਰ ਸੁਣ ਮਦਾਦੀ ਜੀ, ਉਸ ਪੰਜਾਬ ਦੇਸ਼ ਦੇ ਵਿੱਚ ਕਰਨੇ ਬਹੁਤ ਕਾਰ ਵਿਵਹਾਰ, ਅਸੀਂ ਬਹੁਤ ਜਾ ਕੇ ਜ਼ਿੰਮੇਵਾਰੀਆਂ ਨੇ ਸਾਡੇ ਸਿਰ ਤੇ, ਸੱਚਖੰਡੋਂ ਲੈ ਕੇ ਆਏ ਆ ਜ਼ਿੰਮੇਵਾਰੀਆਂ। ਠੰਡ ਭਇ ਮੈਂ ਜੋਰ ਕਰ ਬਚਨ ਕਹਾ ਸੁਨਿਆਏ, ਪੰਥ ਤਲੇ ਚੌਦਕ ਜਗਤ ਮੇ ਜਬ ਤੁਮ ਕਰੋ ਸਹਾਏ। ਪੰਥ ਖਾਲਸਾ ਪ੍ਰਗਟ ਕਰਨਾ ਹੈ, ਸਿਰ ਦੇ ਉੱਤੇ ਜ਼ਿੰਮੇਵਾਰੀਆਂ ਪੰਜਾਬ ਜਾ ਕੇ ਨਿਭਾਉਣੀਆਂ ਨੇ। ਸੁਣਿਆ ਸੇ ਨਿਜ ਪੋਤਰੇ ਔਰ ਕੋ, ਆਪਣੇ ਸਤ ਸੰਗਤ ਜੀ ਪੁੱਤਰ ਦਾ ਡੂੰਘਾ ਸਿਧਾਂਤ ਹਿਰਦੇ ਦਾ ਸੁਣ ਕੇ ਮਾਤਾ ਨਾਨਕੀ ਫਿਰਾ ਬਖਾਨੀ ਪੁਨ ਸ੍ਰੀ ਗੁਰ ਕੋ, ਫੇਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੋਤਰੇ ਨੂੰ ਬਾਣੀ ਲੱਗੀ ਕਹਿਣ, ਇਹਾਂ ਮਸੰਦ ਸੰਗਤਾਂ ਸਾਰੀ, ਇੱਥੇ ਜਿੰਨੀਆਂ ਮਸੰਦਾਂ ਸਮੇਤ ਸੰਗਤਾਂ ਹਨ ਪੂਰਬ ਬਿਲ, ਤੁਮ ਕੋ ਲਖੇ ਗੁਰੂ ਅਵਤਾਰੀ, ਤੁਹਾਨੂੰ ਬੱਚਾ ਨਹੀਂ ਸਮਝਦੀਆਂ ਹੈ ਪਿਆਰੇ ਪੋਤਰੇ, ਤੁਹਾਨੂੰ ਅਵਤਾਰ ਰੂਪ ਗੁਰੂ ਮੰਨਦੀਆਂ ਹਨ। ਜਿਵ ਨਵ ਗੁਰ ਕੋ ਜਾਣਤੇ ਹੈ, ਜਿਵੇਂ 9 ਪਾਤਸ਼ਾਹੀਆਂ ਤੇ ਭਾਵਨਾ ਰੱਖਦੀ ਹੈ ਸੰਗਤ, ਤੁਮ ਨੇਚੇ ਤੁਮਰੇ ਮੈਂ ਲਹੇ, ਇਸੇ ਤਰ੍ਹਾਂ ਤੁਹਾਡੇ ਤੇ ਵੀ ਚਰਨਾਂ ਤੇ ਤੁਹਾਡਿਆਂ ਤੇ ਨਿਹਚਾ ਹੈ ਸੰਗਤਾਂ ਨੂੰ। ਕਿਵੇਂ ਨ ਵਿਖੇ ਅਰੋਪੋ ਦੋਛੇ, ਤੁਸੀਂ ਕਿਉਂ ਦੋਸ਼ ਲਾਉਂਦੇ ਹੋ ਪੂਰਬ ਦੀ ਸੰਗਤ ਤੇ, ਕਿ ਮਤਲਬੀ ਨੇ, ਦਿਖਾਵੇ ਦਾ ਪ੍ਰੇਮ ਹੈ, ਇਉਂ ਕਿਉਂ ਕਹਿੰਦੇ ਹੋ ਤੁਸੀਂ? ਸਿੱਖ ਸੰਗਤ ਸਭ ਤੋਹੇ ਭਰੋਸੇ, ਜਿੰਨੀ ਸਿੱਖ ਸੰਗਤ ਆ ਪੂਰਬ ਦੇਸ਼ ਦੀ ਤੁਹਾਡੇ ਚਰਨਾਂ ਦੇ ਭਰੋਸੇ ਤੇ ਹੈ। ਕਰੇ ਭਾਉ ਸਭ ਵਸਤੂ ਆਨੇ, ਬਹੁਤ ਪ੍ਰੇਮ ਧਾਰ ਕੇ ਰੋਜ਼ ਸੰਗਤਾਂ ਵਸਤੂਆਂ ਤੁਹਾਨੂੰ ਲਿਆਉਂਦੀਆਂ ਨੇ, ਮਸੰਦ ਭੇਟਾ ਲਿਆਉਂਦੇ ਨੇ। ਕਾਰਨ ਕਰਨ ਆਪ ਕੋ ਜਾਣੇ, ਸਾਰੇ ਕਾਰਜਾਂ ਨੂੰ ਕਰਨ ਵਾਲੇ ਕਾਰਨ ਰੂਪ ਤੁਹਾਨੂੰ ਸਮਝਦੇ ਨੇ। ਨਾਏ ਤੈਨੂੰ ਪਰ ਤਗਿਆ ਲੀਜੇ, ਜੇ ਤੁਹਾਨੂੰ ਨਹੀਂ ਭਰੋਸਾ ਪੂਰਬ ਦੀ ਸੰਗਤ ਤੇ, ਇਹਨਾਂ ਦੀ ਪਰਖ ਕਰ ਲਓ। ਸਭ ਪਰ ਆਪਣੋ ਹੁਕਮ ਭਣੀਜੇ, ਸਾਰਿਆਂ ਸੰਗਤਾਂ ਦੇ ਉੱਤੇ ਮਸੰਦਾਂ ਤੇ ਆਪਦਾ ਹੁਕਮ ਕਰਕੇ ਦੇਖ ਲਓ, ਮੰਨਦੇ ਆ ਜਾਂ ਨਹੀਂ ਮੰਨਦੇ। ਕੋਈ ਅਨਸਾਰ ਕਰੇ ਸੋ ਕਾਰ, ਜੋ ਤੁਸੀਂ ਹੁਕਮ ਕਰੋਗੇ ਤੁਹਾਡੇ ਅਨਸਾਰੀ ਹੋ ਕੇ ਕਿਰਤ ਕਰਨਗੇ। ਸੋ ਜਾਣੋ ਇਨ ਸੁਧ ਵਿਵਹਾਰ, ਫੇਰ ਤਾਂ ਸਮਝੋਗੇ ਨਾ ਇਹਨਾਂ ਦਾ ਜਿਹੜਾ ਪ੍ਰੇਮ ਹੈ ਵਿਵਹਾਰ ਸੁਧ ਹੈ, ਗੁਰਮਤਿ ਅਨੁਕੂਲ। ਤੇਰੇ ਹੁਕਮ ਤਫਾਵਤ ਕਰੇ, ਜੇ ਫੇਰ ਦੇਣਗੇ ਤੁਹਾਡਾ ਹੁਕਮ, ਨਹੀਂ ਕਰਨਗੇ ਤੁਹਾਡੇ ਕਹੇ ਤੇ। ਸਿਦੋਂ ਕਪਟ ਕੋ ਔਰ ਮਹਿ ਧਰੇ, ਜਾਂ ਤੁਹਾਡੇ ਹੁਕਮ ਕੀਤੇ ਤਾਂ ਹਿਰਦੇ ਛਲ ਧਾਰਨਗੇ। ਮੁਖ ਪਰ ਕਿਮ ਪਾਛੇ ਕਿਮ ਹੋਏ, ਮੂੰਹ ਤੇ ਕਿਵੇਂ ਬੋਲਣਾ ਤੇ ਮਗਰੋਂ ਕਿਵੇਂ ਗੱਲ ਕਰਨੀ, ਜੇ ਐ ਛੜੀਏ ਹੋਣਗੇ ਪੂਰਬ ਦੇ ਸਿੱਖ। ਇਸ ਪ੍ਰਕਾਰ ਤੋਂ ਦੇਖੋ ਕੋਏ, ਫੇਰ ਜੇ ਤੁਸੀਂ ਇਹਨਾਂ ਦੇ ਨੁਕਸ ਦੇਖੋ ਫੇਰ ਦੋਸ਼ ਲਾਇਓ। ਤੋਂ ਪੂਰਬ ਕੀ ਸੰਗਤ ਦੋਸ਼, ਇਉਂ ਐਵੇਂ ਨਾ ਬਿਨਾਂ ਪਰਖੇ ਤੋਂ ਪੂਰਬ ਦੀ ਸੰਗਤ ਨੂੰ ਦੋਸ਼ੀ ਨਾ ਠਹਿਰਾਓ। ਸਤਿਗੁਰੂ ਤੋਂ ਅੰਤਰਜਾਮੀ ਹੈ, ਪਤਾ ਵੀ ਦਿਖਾਵੇ ਦੇ ਹੀ ਨੇ। ਮਾਤਾ ਕਹਿੰਦੀ ਪਰਖ ਕੇ ਦੇਖੋ ਇਹ ਸਹੀ ਨੇ। ਮਾਤਾ ਨਾਨਕੀ ਕਹਿ ਰਹੀ ਹੈ, ਕਹੀਏ ਆਪ ਧਾਰ ਕੁਛ ਰੋਸ, ਹਾਂਜੀ ਕਹੀਏ ਆਪ ਧਾਰ ਕੁਛ ਰੋਸ, ਤੁਸੀਂ ਜੇ ਇਹਨਾਂ ਨੂੰ ਪਰਖਣਾ, ਗੁੱਸਾ ਧਾਰ ਕੇ ਇਹਨਾਂ ਨੂੰ ਕੁਝ ਬਚਨ ਕਹਿ ਕੇ ਦੇਖ ਲਓ। ਸੁਣ ਸ੍ਰੀ ਸਤਿਗੁਰ ਜੀ ਮੁਸਕਾਨੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸੁਣ ਕੇ ਮਾਤਾ ਦਾਦੀ ਦੇ ਸਤਿ ਦੀ ਬਚਨ ਮੁਸਕਰਾਏ। ਕਹਿਤ ਦਿਖਾਇਓ ਜਿਵ ਛਲਠਾਨੇ, ਜਿਵੇਂ ਪੂਰਬ ਦੇਸ਼ ਦੇ ਮਸੰਦ ਤੇ ਸੰਗਤਾਂ ਛਲ ਕਰਦੀਆਂ ਨੇ ਨਾ, ਛੜੀਏ ਬੜੀਏ ਨੇ, ਅਸਲੀ ਸਿੱਖ ਨਹੀਂ ਹਨ। ਸਤਿਗੁਰੂ ਜੀ ਦਿਖਾਇਆ ਚਾਹੁੰਦੇ ਨੇ ਹੁਣ ਮਾਤਾਵਾਂ ਨੂੰ। ਲਿਖਤ ਲਖਾਰੀ ਤਵੇ ਹਕਾਰ, ਉਸੇ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਾਰੀ ਕੋਲੇ ਸੱਦਿਆ। ਸੁਣਤ ਸਵਣ ਕੇ ਗੁਰੂ ਉਚਾਰਾ, ਦੋਨੋਂ ਮਾਤਾਵਾਂ ਬੈਠੀਆਂ ਨੇ, ਮਾਤਾ ਗੁਜਰੀ, ਮਾਤਾ ਨਾਨਕੀ, ਮਾਮਾ ਕਿਰਪਾਲ ਚੰਦ ਜੀ, ਸਿੱਖ ਹੋਰ ਬੈਠੇ ਨੇ। ਸਾਰਿਆਂ ਨੂੰ ਸੁਣਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਾਰੀ ਨੂੰ ਕਿਹਾ, ਲਿਖੋ ਹੁਕਮਨਾਮਾ ਪਟ ਪਾਸ, ਲੈ ਭਾਈ ਲਿਖਾਰੀ ਹੁਕਮਨਾਮਾ ਲਿਖ, ਅਸੀਂ ਤੈਨੂੰ ਲਿਖਾਉਂਦੇ ਹਾਂ। ਬੜਾ ਮਸੰਦ ਬਲਾਕੀ ਦਾਸ, ਢਾਕੇ ਦੇ ਵਿੱਚ ਸਭ ਤੋਂ ਵੱਡਾ ਇਸ ਇਲਾਕੇ ਵਿੱਚ ਮਸੰਦ ਧਨੀ, ਸੰਗਤਾਂ ਕੋਲੋਂ ਅਗਰਾਹੀ ਕਰਨ ਵਾਲਾ ਬਲਾਕੀ ਦਾਸ ਹੈ। ਢਾਕੇ ਕੀ ਸੰਗਤ ਗਨ ਸਾਰੀ, ਢਾਕੇ ਦੀ ਬੜੀ ਉੱਥੇ ਸੰਗਤ ਹੈ ਇਹਨੂੰ ਮੰਨਦੀ। ਸਭ ਤੇ ਲੇਤ ਦਰਵ ਕੋ ਭਾਰੀ, ਗੁਰੂ ਨਿਮਿਤ ਸਾਰਿਆਂ ਕੋਲੋਂ ਧਨ ਇਕੱਠਾ ਕਰਦਾ ਹੈ। ਇੱਕ ਮੁਹਾਫਾ ਤੋਲਾ ਤੋਲ, ਇੱਕ ਮੁਹਾਫਾ ਸੁਠ ਬਣਵਾਵੋ। ਆ ਚਿੱਠੀ ਚ ਲਿਖਦੇ ਭੇਜਣੀ ਹੈ,
ਬਲਾਕੀ ਦਾਸ ਨੂੰ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਇੱਕ ਪਾਲਕੀ ਬਣਾਵੇ ਬੜੀ ਸੋਹਣੀ, ਚਿਤਰਤ ਰਚ ਗਜ ਦੰਤ ਲਗਾਵੋ, ਹਾਥੀ ਦੰਦ ਦੀ ਬਣੀ ਹੋਵੇ, ਸਾਰੇ ਪਾਵੇ ਵਗੈਰਾ ਉਸ ਦੇ। ਇਸੇ ਤਰ੍ਹਾਂ ਜਿੰਨਾ ਉਹਦੇ ਤੇ ਮੀਨਾਕਾਰੀ ਵਗੈਰਾ ਕਰਨੀ ਆ, ਸੋਨਾ ਹੋਵੇ ਲੱਗਿਆ ਹੋਇਆ, ਏਨ ਸਾਤ ਸੈ ਤੋਲਾ ਤੋਲ, ਸੋਨਾ ਮੜਨਾ ਉਹਦੇ ਉੱਤੇ 700 ਤੋਲਾ, ਤਕਰੀਬਨ ਸਤ ਸੰਗਤ ਜੀ 8.5 ਕਿਲੋ ਤੋਂ ਉੱਤੇ ਬਣ ਜਾਂਦਾ। ਹੁਣ ਕਿਲੋ ਚੱਲਦੇ ਆ, 8.5 ਸੇਰ ਤੋਂ ਉੱਤੇ ਬਣਦਾ। ਸਤ ਸੰਗਤ ਤਕਰੀਬਨ 7 ਸੇਰ 8 ਸੇਰ ਸਤ ਸੰਗਤ 60 ਤੋਲੇ ਬਣਦਾ, 80 ਤੋਲੇ ਦਾ ਸੇਰ ਹੋਇਆ ਕਰਦਾ ਸੀ। ਇੰਨੇ ਲਿਖਦੇ ਕਿ 700 ਤੋਲਾ ਉਸ ਪਾਲਕੀ ਨੂੰ ਲਾਇਆ ਜਾਵੇ ਸੋਨਾ। ਲੱਗਣਾ ਤਾਂ ਗੁਰੂ ਘਰ ਦੀ ਮਾਇਆ ਹੀ ਸੀ, ਬਸੰਤ ਦਾ ਕੀ ਢੁੱਟ ਰੱਖਦਾ ਸੀ, ਪਰ ਇਹਨੇ ਸਤ ਸੰਗਤ ਜੀ ਲਾਉਣਾ ਨਹੀਂ, ਸਿਰਫ 70 ਕੁ ਤੋਲੇ ਹੀ ਲਾਉਣੇ ਨੇ, ਤਾਂਬਾ ਹੀ ਮੜ ਦੇਣਾ। ਆਉਂਦੀ ਸਤ ਸੰਗਤ ਜੀ ਪਾਲਕੀ ਨੂੰ ਮਾਰੇ ਨੇ ਅੱਗ ਲਾ ਕੇ ਕਹਿਣਾ ਫੂਕੋ ਇਸ ਨੂੰ, ਕੱਢੋ ਸੋਨਾ ਕਿੰਨਾ ਕਹਿਦੇ ਚ, ਐਨ ਮਾਤਾਵਾਂ ਨੂੰ ਦੱਸ ਦੇਣਾ, ਆਹ ਦੇਖ ਮਾਤਾ ਜਿਹੜੀ ਪੂਰਬ ਦੀ ਸੰਗਤ ਦੀ ਸਿਫਤ ਕਰਦੀ ਐ, ਆਹ ਹਾਲੇ ਤਾਂ ਇੱਕੋ ਟੋਇਆ, ਇੱਕ ਮਸੰਦ ਨੂੰ ਹੀ ਦੇਖਿਆ ਅਮੀਰ ਨੂੰ, ਆਹ ਗੁਰੂ ਘਰ ਦੀ ਮਾਇਆ ਐ ਲੁਕਾਉਂਦਾ ਹੈ। ਪਾਲਕੀ ਭੇਜ ਦਿੱਤੀ, ਕਹਿੰਦਾ 700 ਤੋਲਾ ਲੱਗਿਆ ਸੋਨੇ ਦਾ, ਹੈ ਸਾਰੀ 70 ਤੋਲੇ ਵਿੱਚ ਸੋਨਾ ਨਿਕਲਿਆ। ਕਿਉਂ ਸਤ ਸੰਗਤ ਜੀ ਪਰਖ ਕਰਕੇ ਮਾਤਾਵਾਂ ਨੂੰ ਲੇਚਾ ਕਰਾ ਦਿੱਤਾ ਕਿ ਪੂਰਬ ਦੇਸ਼ ਦੀ ਜਿਹੜੀ ਸੰਗਤ ਹੈ ਉਹ ਸਾਫ਼ ਨਹੀਂ ਦਿਲ ਦੀ ਹੈ। ਇਹ ਪ੍ਰਸੰਗ ਸਤ ਸੰਗਤ ਜੀ ਕੱਲ੍ਹ ਨੂੰ ਆਵੇਗਾ। ਜਿਸ ਪ੍ਰਕਾਰ ਸਤ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਤਾਵਾਂ ਨੂੰ ਮਨਾ ਰਹੇ ਨੇ, ਇੱਥੋਂ ਸਤ ਸੰਗਤ ਜੀ ਪਟਨੇ ਸਾਹਿਬ ਤੋਂ ਚਾਲੇ ਪਾਉਣਗੇ। ਇਹ ਕਥਾ ਕੱਲ੍ਹ ਨੂੰ ਵਿਚਾਰਾਂਗੇ। ਭੁੱਲਾਂ ਚੁੱਕਾਂ ਸਤ ਸੰਗਤ ਜੀ ਮਾਫ਼ ਕਰਨੀਆਂ। ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤ ਸੰਗਤ ਜੀ ਪੰਜਾਬ ਨੂੰ ਆ ਰਹੇ ਗੁਰਸਿੱਖੋ, ਆਪਣੇ ਬਜ਼ੁਰਗਾਂ ਨੂੰ ਤਾਰਿਆ ਆ ਕੇ ਆਪ ਜੀ ਨੇ। ਉਹਨਾਂ ਬਜ਼ੁਰਗਾਂ ਦੀ ਸਤ ਸੰਗਤ ਜੀ ਆਪਾਂ ਪੁੱਤ ਪੋਤੇ ਪੜੋਤੇ ਹਾਂ। ਆਪਣਾ ਸਤ ਸੰਗਤ ਜੀ ਅਧਿਕਾਰ ਹੈ, ਜਿੱਥੇ ਗੁਰੂ ਸਾਹਿਬ ਦੀ ਪ੍ਰਸੰਨਤਾ ਹੈ ਆਪਣੇ ਬਜ਼ੁਰਗਾਂ ਤੇ, ਆਪਾਂ ਵੀ ਸਿੱਖੀ ਨਿਭਾਈਏ, ਰਹਿਤ ਵਹਿਤ ਰੱਖੀਏ। ਇਸ ਵੇਲੇ ਸਤ ਸੰਗਤ ਜੀ ਕੀਰਤਨ ਭਜਨ ਆਪ ਪਾਠ ਸੁਣੋ।